ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਸ੍ਰੀ ਅਰਜਨ ਬੇਗਨਨ ਕੇ ਨਾਸਕ ਬੇਗਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਦੁਹਰਾ ਬੀਤਿਓ ਫਾਗਨ ਚੇਤ ਜਬ ਨਿਕਟ ਮੇਘ ਸੰਕਰਾਂਤ ਦਰਸ਼ਨ ਪਰਸਨ ਗੁਰੂ ਕੇ ਗਨ ਸੰਗਤ ਉਮਡਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਰਵਨ ਕਰਨ ਵਾਸਤੇ ਆਪਾਂ ਸਤਿਗੁਰਾਂ ਦੇ ਦਰਬਾਰ ਵਿੱਚ ਸੁਸ਼ੋਭਿਤ ਹੋਏ ਆ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਜੀਵਨ ਦੀ ਕਥਾ ਵਿਚਾਰ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੀਤਿਓ ਫਾਗਨ ਚੇਤ ਜਬ ਨਿਕਟ ਮੇਘ ਸੰਕਰਾਂਤ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ। ਚੇਤਰ ਦਾ ਮਹੀਨਾ ਬਤੀਤ ਹੋਇਆ। ਵਿਸਾਖ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਨੇੜੇ ਆ ਗਿਆ ਹੈ, ਜਾਂ ਆਪਾਂ ਕਹਿ ਲਈਏ ਵੀ ਵਿਸਾਖੀ ਦਾ ਦਿਨ ਨੇੜੇ ਆ ਗਿਆ ਹੈ। ਵਿਸਾਖੀ ਨੂੰ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਅੰਮ੍ਰਿਤ ਦੀ ਦਾਤ ਪੰਜਾਂ ਪਿਆਰਿਆਂ ਨੂੰ ਬਖਸ਼ ਕੇ ਸੰਗਤਾਂ ਨੂੰ ਅੰਮ੍ਰਿਤ ਦੀਆਂ ਦਾਤਾਂ ਬਖਸ਼ੀਆਂ।
ਔਰ ਵਿਸਾਖੀ ਦਾ ਜਿਹੜਾ ਦਿਨ ਹੈ ਇਹ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਤੋਂ ਮਨਾਇਆ ਜਾਣ ਲੱਗਾ। ਜਦੋਂ ਤੀਸਰੇ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਸਨ, ਉਦੋਂ ਤੋਂ ਹੀ ਇਹ ਵਿਸਾਖੀ ਜਿਹੜੀ ਹੈ ਗੁਰੂ ਘਰ ਵਿੱਚ ਮਨਾਉਣੀ ਸ਼ੁਰੂ ਹੋਈ ਹੈ। ਗੁਰੂ ਪਾਤਸ਼ਾਹ ਵਾਰੀ ਗੁਰਤਾ ਗੱਦੀ ਤੇ ਬੈਠਦੇ ਗਏ। ਅੱਜ 10ਵੇਂ ਪਾਤਸ਼ਾਹ ਬੈਠੇ। ਵਿਸਾਖੀ ਵਾਲੇ ਦਿਨ ਮਹਾਰਾਜ ਨੇ ਅੰਮ੍ਰਿਤ ਛਕਾ ਦਿੱਤਾ ਸੰਗਤਾਂ ਨੂੰ। ਉਸ ਤੋਂ ਬਾਅਦ ਵੀ ਜਿਹੜੀ ਅਗਲੀ ਵਿਸਾਖੀ ਆਈ ਹੈ, ਥਾਵਾਂ ਤੇ ਸੰਗਤਾਂ ਨੇ ਜਾਣਿਆ ਵੀ ਵਿਸਾਖੀ ਦਾ ਦਿਨ ਨੇੜੇ ਆ ਗਿਆ ਹੈ। ਦਰਸ਼ਨ ਪਰਸਨ ਗੁਰੂ ਕੇ ਗਨ ਸੰਗਤ ਉਮਡਾਤ। ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਤੇ ਨੇੜਿਓਂ ਚੱਲ ਪਈਆਂ। ਕੋਈ ਕਾਬਲ ਤੋਂ ਚੱਲਿਆ, ਇਸੇ ਤਰ੍ਹਾਂ ਕੋਈ ਬਿਦਰ ਤੋਂ ਚੱਲਿਆ ਹੈ, ਕੋਈ ਦਿੱਲੀ ਤੋਂ ਚੱਲਿਆ, ਕੋਈ ਜੰਮੂ ਤੋਂ ਚੱਲਿਆ। ਦੂਰੋਂ ਤੋਂ ਨੇੜਿਓਂ ਸੰਗਤਾਂ ਚੱਲ ਪਈਆਂ। ਵਿਸਾਖ ਮਹੀਨੇ ਦੀ ਸੰਗਰਾਂਦ ਆ ਰਹੀ ਹੈ, ਵਿਸਾਖੀ ਦਾ ਦਿਹਾੜਾ ਆ ਰਿਹਾ। ਨਾਲੇ ਵਿਸਾਖੀ ਮਨਾਵਾਂਗੇ, ਨਾਲੇ ਗੁਰੂ ਕੇ ਦਰਸ਼ਨ ਕਰਾਂਗੇ। ਤੇ ਸੰਗਤਾਂ ਦੂਰੋਂ ਨੇੜਿਓਂ ਵੱਡੀ ਗਿਣਤੀ ਵਿੱਚ ਚੱਲ ਪਈਆਂ ਹਨ। ਚੌਪਈ ਦਿਨ ਪ੍ਰਤ ਜਸ ਪਸਰੈ ਜਗ ਜਿਉ ਜਿਉ। ਸਤਿਗੁਰੂ ਮਹਾਰਾਜ ਜੀਆਂ ਦਾ ਜਿਹੜਾ ਜਸ ਹੈ ਨਾ, ਦਿਨਾਂ ਪ੍ਰਤੀ ਦਿਨ, ਰੋਜ਼ ਤੋਂ ਰੋਜ਼ ਵੱਧਦਾ ਹੈ। ਜਿਵੇਂ ਚੰਦਰਮਾ ਦੀ ਚਾਨਣੀ ਦਾ ਪ੍ਰਕਾਸ਼ ਹਰੇਕ ਘਰ ਦੇ ਵਿੱਚ ਹੈ, 10ਵੇਂ ਪਾਤਸ਼ਾਹ ਮਹਾਰਾਜ ਦੀ ਸੋਭਾ ਇਸ ਤਰ੍ਹਾਂ ਹੋ ਰਹੀ ਹੈ। ਮੇਲਾ ਅਧਿਕ ਮਿਲਤ ਹੈ ਤਿਉ ਤਿਉ। ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਮੁਖੋ ਇਹ ਬਹੁਤ ਵੱਡਾ ਮੇਲਾ ਇਸ ਵਾਰੀ ਵਿਸਾਖੀ ਦਾ ਸਜਿਆ ਹੈ। ਚੌਂ ਦਿਸ ਤੇ ਸੰਗਤ ਚਹਿ ਜੈ। ਚਾਰ ਸਫੇਰੇ ਤੋਂ ਸੰਗਤਾਂ ਉੱਤਰ ਦੀ ਦਿਸ਼ਾ ਤੋਂ, ਦੱਖਣ ਦੀ ਦਿਸ਼ਾ ਤੋਂ, ਪੂਰਬ ਤੇ ਪੱਛਮ ਵਾਲੇ ਪਾਸਿਓਂ ਬੇਅੰਤ ਸੰਗਤਾਂ ਦਰਸ਼ਨਾਂ ਵਾਸਤੇ ਆਉਂਦੀਆਂ ਹਨ। ਗਨ ਚਕੋਰ ਸਸ ਪ੍ਰੇਮੀ ਜੈਸੇ। ਭਾਈ ਸੰਤੋਖ ਸਿੰਘ ਜੀ ਇੱਕ ਉਦਾਹਰਨ ਦਿੰਦੇ, ਕਹਿਣ ਲੱਗੇ ਜਿਵੇਂ ਬਹੁਤੀਆਂ ਚਕੋਰਾਂ, ਚਕੋਰ ਇੱਕ ਪੰਛੀ ਦਾ ਨਾਮ ਹੈ ਜਿਹਦੀ ਪ੍ਰੀਤੀ ਚੰਦਰਮਾ ਦੇ ਨਾਲ ਹੈ। ਚੰਦਰਮਾ ਇੱਕੋ ਹੀ ਹੈ, ਪਰ ਚਕੋਰਾਂ ਬਹੁਤੀਆਂ ਉਸ ਨੂੰ ਵੇਖਣ ਵਾਲੀਆਂ। ਚੰਦਰਮਾ ਦੇ ਵਾਂਗ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੇ ਚਕੋਰਾਂ ਦੇ ਵਾਂਗ ਨੇ ਸੰਗਤਾਂ ਬੇਅੰਤ ਦੂਰੋਂ ਤੇ ਨੇੜਿਓਂ ਚੱਲ ਪਈਆਂ ਦਰਸ਼ਨ ਕਰਨ ਵਾਸਤੇ। ਜਨ ਕਨ ਘਟਾ ਘੋਖ ਕਉ ਚਾਹਤ। ਜਾਂ ਫਿਰ ਇਸ ਤਰ੍ਹਾਂ ਕਹਿ ਲਈਏ ਕਿ ਜਿਵੇਂ ਗੂੜੀਆਂ ਘਟਾਵਾਂ ਦੀ ਗਰਜ ਨੂੰ ਚਾਹੁੰਦੇ ਨੇ ਮੋਰ। ਹੁਣ ਕਾਲੇ ਬੱਦਲ ਚੜ ਜਾਣ, ਬੱਦਲ ਗੱਜਣ ਲੱਗ ਪਵੇ ਤੇ ਮੋਰ ਖੁਸ਼ ਹੋ ਜਾਂਦਾ ਹੈ। ਗੁਰੂ ਕੀ ਸੰਗਤ ਮੋਰ ਦੇ ਵਾਂਗ ਖੁਸ਼ ਹੈ। ਗੁਰੂ ਪਾਤਸ਼ਾਹ ਮਹਾਰਾਜ ਦਾ ਜਸ ਕਹਿਣ ਲੱਗੇ ਘਟਾ ਦੇ ਵਾਂਗ ਹੈ। ਦਾਸ ਕਲਾਪ ਉਮਹਤ। ਇਸੇ ਤਰ੍ਹਾਂ ਜਿਹੜੇ ਸਾਰੇ ਦਾਸ ਨੇ ਮਹਾਰਾਜ ਜੀਆਂ ਦੇ, ਉਹ ਮੋਰ ਦੇ ਵਾਂਗ ਬੜੇ ਮਸਤ, ਬੜੇ ਪ੍ਰਸੰਨ ਹਨ। ਬੰਦ ਟੋਲ ਪਰ ਟੋਲ ਵਿਸਲੇ। ਇਸ ਤਰ੍ਹਾਂ ਟੋਲ ਬੰਨ ਕੇ, ਜਥੇ ਬਣਾ ਕੇ 10 ਜਾਣਿਆਂ ਦਾ, 20 ਜਾਣਿਆਂ ਦਾ, 50 ਜਾਣਿਆਂ ਦਾ, ਵੱਖ ਪਿੰਡਾਂ ਵਿੱਚੋਂ ਸੰਗਤਾਂ ਚੱਲ ਪਈਆਂ ਹਨ। ਚੱਲ ਹੈ ਪੰਥ ਮਿਲ ਸਿੱਖ ਜਾਲੇ। ਸਿੱਖ ਸੰਗਤਾਂ ਇਕੱਠੀਆਂ ਹੋ ਕੇ, ਕਿਉਂਕਿ ਗੁਰਮੁਖੋ ਉਹਨਾਂ ਸਮਿਆਂ ਵਿੱਚ ਇੱਕ ਤੇ ਬਹੁਤਾ ਰਸਤਾ ਜਿਹੜਾ ਜੰਗਲ ਦਾ ਹੈ, ਰਸਤੇ ਵਿੱਚ ਲੋਕ ਲੁੱਟ ਲੈਂਦੇ, ਚੋਰ ਡਾਕੂ ਪੈ ਜਾਂਦੇ। ਇਸ ਕਰਕੇ ਇਕੱਲੇ ਦਾ ਦੂਰ ਜਾਣਾ ਬੜਾ ਔਖਾ ਹੈ। ਸੰਗਤਾਂ ਗਰੁੱਪ ਬਣਾ ਕੇ, ਜਥਾ ਬਣਾ ਕੇ 20-50 ਬੰਦਿਆਂ ਦਾ, ਤੇ ਫਿਰ ਇਕੱਠੇ ਹੋ ਕੇ ਚੱਲਦੇ ਹਨ। ਗਾਵਹਿ ਸ਼ਬਦ ਪ੍ਰੇਮ ਰੰਗ ਰਾਤੇ। ਸਤਿਗੁਰੂ ਮਹਾਰਾਜ ਜੀਆਂ ਦੀ ਗੁਰਬਾਣੀ ਦੇ ਸ਼ਬਦ ਸੰਗਤਾਂ ਪ੍ਰੇਮ ਦੇ ਵਿੱਚ ਗਾਉਂਦੀਆਂ ਹਨ, ਪੜ੍ਹਦੀਆਂ ਹਨ। ਭਾਉ ਪਰਸਪਰ ਕਰ ਹਰ ਖਾਤੇ। ਤੇ ਸਤਿਗੁਰੂ ਮਹਾਰਾਜ ਜੀਆਂ ਦਾ ਪ੍ਰੇਮ ਵੀ ਹੈ ਅਤੇ ਮਹਾਰਾਜ ਜੀਆਂ ਦੀ ਪ੍ਰਸੰਨਤਾ ਮਿਲੇਗੀ। ਮਹਾਰਾਜ ਦੇ ਦਿਦਾਰੇ ਕਰਾਂਗੇ, ਇਸ ਗੱਲ ਦੀ ਖੁਸ਼ੀ ਵੀ ਹੈ। ਆਪਸ ਮੈਂ ਸੇਵਾ ਅਨੁਰਾਗੀ। ਇਸ ਤਰ੍ਹਾਂ ਆਪਸ ਵਿੱਚ ਮਿਲ ਕੇ ਪ੍ਰੇਮੀ ਸਿੱਖ ਇੱਕ ਦੂਜੇ ਦੀ ਸੇਵਾ ਕਰਦੇ ਹਨ। ਗੁਰ ਕੀ ਭਗਤ ਅਧਿਕ ਚਿਤ ਜਾਗੀ। ਗੁਰੂ ਪਾਤਸ਼ਾਹ ਦੀ ਭਗਤੀ, ਪ੍ਰੇਮਾ ਭਗਤੀ ਇਹਨਾਂ ਦੇ ਮਨ ਵਿੱਚ ਬਹੁਤੀ ਜਾਗੀ ਹੈ। ਨਈ ਰੀਤ ਧਰ ਸ਼ੁਭ ਮਤ ਮਤੇ। ਇਸ ਤਰ੍ਹਾਂ ਇਹ ਨਵੀਂ ਰੀਤੀ ਚੱਲ ਪਈ ਨਾ। ਮਹਾਰਾਜ ਨੇ ਆਖਿਆ ਵੀ ਮੇਰਾ ਸਿੱਖ ਅੰਮ੍ਰਿਤਧਾਰੀ ਹੋਵੇ, ਇਹ ਨਵੀਂ ਰੀਤ ਚੱਲੀ ਹੈ। ਮੇਰਾ ਸਿੱਖ ਸ਼ਾਸਤਰ ਧਾਰੀ ਹੋਵੇ, ਇਹ ਵੀ ਨਵੀਂ ਰੀਤ ਚੱਲੀ ਹੈ। ਨੌਜਵਾਨ ਜਿਹੜੇ ਨੇ ਆਪਣੇ ਸਰੀਰਾਂ ਦੇ ਉੱਪਰ ਸ਼ਸਤਰ ਸਜਾ ਕੇ, ਬੜੀਆਂ ਸੋਹਣੀਆਂ ਦਸਤਾਰਾਂ ਬੰਨ੍ਹ ਕੇ, ਬੜੇ ਸੋਹਣੇ ਲੱਗਦੇ ਤੇ ਰਸਤੇ ਦੇ ਉੱਪਰ ਚੱਲੇ ਆਉਂਦੇ ਹਨ। ਵਾਹਿਗੁਰੂ ਜੀ ਕੀ ਕਹਿ ਫਤਿਹ। ਆ ਕੇ ਫਿਰ
ਫਤਿਹ ਬੁਲਾਉਂਦੇ। ਜਦੋਂ ਸੰਗਤ ਆਪਸ ਵਿੱਚ ਮਿਲਦੀ ਹੈ ਨਾ, ਜਥੇ ਰਾਹ ਵਿੱਚ ਮਿਲਦੇ ਜਾਂ ਆਨੰਦਪੁਰ ਸਾਹਿਬ ਆ ਕੇ ਮਿਲਦੇ, ਫਿਰ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ ਹਨ। ਜੁਗਮ ਸਮੈ ਕੰਗਾ ਕਰ ਲੈਣਾ। ਅਤੇ ਇਸੇ ਤਰ੍ਹਾਂ ਮਹਾਰਾਜ ਜੀਆਂ ਦਾ ਜਿਵੇਂ ਹੁਕਮ ਹੈ ਕਿ ਕੰਗਾ ਦੋਨੇ ਵਕਤ ਕਰ ਪਾਂਗ ਚੁਦੈ ਕਰ ਬਾਂਧੇ, ਦਾਤਨ ਨੀਤ ਕਰੇ ਨਾ ਦੁਖ ਪਾਵੈ ਲਾਲ ਜੀ। ਇਹ ਬਚਨ ਹੈ ਮਹਾਰਾਜ ਜੀਆਂ ਦਾ ਕਿ ਮੇਰਾ ਜਿਹੜਾ ਸਿੱਖ ਹੈ ਦੋਵੇਂ ਟਾਈਮ ਕੇਸਾਂ ਵਿੱਚ ਕੰਗਾ ਕਰੇ। ਕੰਗਾ ਦੋਨੇ ਵਕਤ ਕਰ, ਫਿਰ ਅੱਗੇ ਬਚਨ ਆ ਗਿਆ ਪਾਗ ਚੁਨੇ ਕਰ ਬੰਨ੍ਹਈ, ਆਪਣੀ ਪੱਗ ਨੂੰ ਚੰਗੀ ਤਰ੍ਹਾਂ ਸਜਾ ਕੇ ਜਿਵੇਂ ਦੀ ਕੋਈ ਬੰਨ੍ਹ ਸਕਦਾ ਹੈ ਸੋਹਣੀ ਪੱਗ ਸੀਸ ਤੇ ਬੰਨੇ। ਦਾਤਨ ਨੀਤ ਕਰੇ, ਦਾਤਨ ਬ੍ਰਸ਼ ਜੋ ਵੀ ਹੈ ਰੋਜ਼ ਆਪਣੇ ਮੂੰਹ ਦੇ ਵਿੱਚ ਕਰੇ। ਨਾ ਦੁੱਖ ਪਾਵੈ ਲਾਲ ਜੀ, ਨੰਦ ਲਾਲ ਜੀ ਕਹਿੰਦੇ ਉਹ ਫਿਰ ਕਦੇ ਜ਼ਿੰਦਗੀ ਵਿੱਚ ਦੁੱਖ ਨਹੀਂ ਪਾਉਂਦਾ, ਬਿਮਾਰੀ ਤੋਂ ਬਚਿਆ ਰਹਿੰਦਾ। ਮਹਾਰਾਜ ਦੇ ਸਿੱਖ ਬਚਨ ਮੰਨਦੇ ਤੇ ਕਹਿੰਦੇ ਇਸ ਤਰ੍ਹਾਂ ਆਪਣੇ ਆਪ ਨੂੰ ਸਜਾ ਕੇ ਰੱਖਦੇ ਹਨ। ਹੋਏ ਸੁਚੇਤ ਸ਼ਬਦ ਮਨ ਦੇਣਾ। ਇਸ ਤਰ੍ਹਾਂ ਗੁਰੂ ਕੀ ਸੰਗਤ ਬੜੀ ਸਾਵਧਾਨ ਹੋ ਕੇ ਤੇ ਸ਼ਬਦ ਵਿੱਚ ਮਨ ਦਿੱਤਾ ਹੋਇਆ ਹੈ। ਬੈਠਾ ਹੈ ਹੰਸਨ ਕੀ ਸੰਪੰਗਤ। ਅਤੇ ਇਸ ਤਰ੍ਹਾਂ ਜਿਵੇਂ ਹੰਸ ਬੈਠਦੇ ਨਾ ਗੁਰਮੁਖੋ, ਸੰਗਤਾਂ ਪੰਕਤੀ ਲਾ ਕੇ ਮਿਲ ਜੁਲ ਕੇ ਇੱਕ ਦੂਸਰੇ ਨਾਲ ਬੈਠਦੇ ਹਨ। ਗੁਰੂ ਪੰਥ ਕੀ ਅਦਭੁਤ ਰੰਗਤ। ਇਹ ਗੁਰੂ ਪਾਤਸ਼ਾਹ ਦੇ ਪੰਥ ਦੀ ਭਾਈ ਬਹੁਤੀ ਰੰਗਤ ਹੈ। ਸੋਹਤ ਕੇਸ਼ਨ ਸ਼ਮਸ਼ ਸਮੇਤ। ਗੁਰੂ ਕੇ ਸਿੱਖ ਕੇਸਾਂ ਦੇ ਸਮੇਤ, ਦਾੜਿਆਂ ਦੇ ਸਮੇਤ ਬੜੇ ਸੋਹਣੇ ਲੱਗਦੇ। ਮਹਾਰਾਜ ਦੇ ਦਰਬਾਰ ਵਿੱਚ ਸੰਗਤਾਂ ਪਹੁੰਚੀਆਂ, ਸਿਰਾਂ ਦੇ ਉੱਪਰ ਦਸਤਾਰਾਂ ਬੱਧੀਆਂ ਹੋਈਆਂ, ਸੋਹਣੇ ਦਾੜੇ ਸਜਾਏ ਹੋਏ, ਕੇਸ ਬੜੇ ਸੋਹਣੇ ਲੱਗਦੇ ਹਨ। ਮਨੋ ਜਨਾਏ ਦੇਵਤਨ ਭੇਤ। ਮੰਨ ਲਓ ਵੀ ਦੇਵਤਿਆਂ ਦੇ ਭੇਤ ਨੂੰ ਜਨਾਉਂਦੇ ਹਨ। ਭਾਵ ਇਹ ਰੀਤ ਜਿਹੜੀ ਹੈ ਨਾ ਕੇਸ ਦਾੜਾ, ਇਹ ਦੇਵਤਿਆਂ ਦਾ ਵੀ ਹੈ। ਸ਼ੁਰੂ ਤੋਂ ਇਹ ਮਰਿਆਦਾ ਚੱਲੀ ਆਉਂਦੀ। ਰਿਸ਼ੀ ਮੁਨੀ ਜਿਹੜੇ ਸਨ ਉਹ ਕੇਸ ਰੱਖਦੇ ਸਨ। ਮਹਾਰਾਜ ਦੇ ਸਿੱਖਾਂ ਨੇ ਵੀ ਸੋਹਣੇ ਕੇਸ ਰੱਖੇ ਹਨ। ਰਹਿਤ ਕਹਿਤ ਕੇ ਸਹਿਤ ਵਿਸਾਲੇ। ਰਹਿਤ ਮਰਿਆਦਾ ਦੇ, ਕਹਿਣੀ ਕਰਨੀ ਦੇ ਪੂਰੇ ਗੁਰੂ ਕੇ ਸਿੱਖ ਬਹੁਤੇ ਚੜ੍ਹਦੀ ਕਲਾ ਵਾਲੇ ਹਨ। ਸ਼ਸਤਰ ਨ ਧਾਰੈ ਵੀਰ ਮੁਸ਼ਾਲੇ। ਅਤੇ ਸ਼ਸਤਰ ਧਾਰਨ ਕਰਕੇ ਸੰਗਤਾਂ ਆ ਰਹੀਆਂ। ਕਿਸੇ ਨੇ ਹੱਥ ਵਿੱਚ ਬਰਸਾ ਫੜਿਆ, ਕਿਸੇ ਨੇ ਤਲਵਾਰ ਧਾਰਨ ਕੀਤੀ ਹੈ, ਕਿਸੇ ਕੋਲ ਹੋਰ ਸ਼ਸਤਰ ਨੇ। ਸ਼ਸਤਰ ਧਾਰਨ ਕਰਕੇ ਇਹ ਬੜੇ ਗੱਭਰੂ ਸੋਹਣੇ ਜਵਾਨ ਮਹਾਰਾਜ ਦੇ ਸੂਰਮੇ ਚੱਲੇ ਆਉਂਦੇ ਹਨ। ਸੰਗਤ ਚਲੇ ਆਨੰਦਪੁਰ ਆਈ। ਇਸ ਤਰ੍ਹਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਆਉਂਦੀਆਂ ਹਨ। ਭਾਂਤ ਭਾਂਤ ਕੀ ਭੇਟਨ ਲਿਆਈ। ਅਨੇਕ ਤਰ੍ਹਾਂ ਦੀਆਂ ਭੇਟਾਵਾਂ ਮਹਾਰਾਜ ਨੂੰ ਅਰਪਣ ਕਰਨ ਵਾਸਤੇ ਬਸਤਰ ਸ਼ਸਤਰ ਮਾਇਆ ਸੰਗਤਾਂ ਲੈ ਕੇ ਆਉਂਦੀਆਂ ਹਨ। ਦਿਵਸ ਵਿਸੋਏ ਕੋ ਜਬ ਆਇਓ। ਗੁਰਮੁਖੋ ਇਸ ਤਰ੍ਹਾਂ ਕਰਦਿਆਂ ਕਰਦਿਆਂ ਵਿਸਾਖੀ ਦਾ ਉਹ ਦਿਨ ਨੇੜੇ ਆ ਗਿਆ। ਜਿਸ ਦਿਨ ਨੂੰ ਸੰਗਤਾਂ ਦਰਸ਼ਨ ਕਰਨ ਆਈਆਂ ਉਹ ਦਿਨ ਨੇੜੇ ਆ ਗਿਆ ਹੈ। ਸਤਿਗੁਰ ਕਾਰਨ ਫਰਸ਼ ਡਸਾਇਓ। ਸਤਿਗੁਰਾਂ ਦੇ ਬੈਠਣ ਵਾਸਤੇ ਬੜਾ ਸੋਹਣਾ ਦੀਵਾਨ ਮਹਾਰਾਜ ਦੇ ਸੇਵਾਦਾਰਾਂ ਨੇ ਸਜਾਇਆ ਹੈ। ਉੱਚੇ ਥਾਨ ਸਿੰਘਾਸਨ ਥਿਰਿਓ। ਸਤਿਗੁਰੂ ਜੀ ਉੱਚੀ ਥਾਂ ਤੇ ਸੰਗਤ ਵਿੱਚ ਆ ਕੇ ਬੈਠੇ ਹਨ। ਅਨਗਨ ਮੇਲ ਆਨ ਤਹ ਜੁਰਿਓ। ਤੇ ਬੇਅੰਤ ਸੰਗਤਾਂ ਦਾ ਮੇਲ ਜਿਹੜਾ ਹੈ, ਬੇਅੰਤ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਵਾਸਤੇ ਮਹਾਰਾਜ ਕੋਲ ਪਹੁੰਚੀਆਂ ਹਨ। ਤਬ ਸ਼੍ਰੀ ਪ੍ਰਭ ਤਨ ਬਸਤ ਸ਼ਸਤਰ ਧਰ। ਇਹਨੇ ਚਿਰ ਨੂੰ ਮਹਾਰਾਜ ਜੀਆਂ ਨੇ ਆਪਣੇ ਸਰੀਰ ਦੇ ਉੱਪਰ ਸੋਹਣੇ ਬਸਤਰ ਤੇ ਸ਼ਸਤਰ ਸਜਾ ਕੇ ਜੇਵਰ ਜਬਰ ਜਵਾਹਰ ਮੇਂਜਰ। ਅਤੇ ਮਹਾਰਾਜ ਜੀਆਂ ਨੇ ਬੜੇ ਸੋਹਣੇ ਗਹਿਣੇ ਅਤੇ ਸ਼ਸਤਰਾਂ ਦੇ ਉੱਪਰ ਬੜੇ ਸੋਹਣੇ ਲੱਗੇ ਹੋਏ ਜੇਵਰਾਤ ਜਿਹੜੇ ਨੇ ਹੀਰੇ ਲੱਗੇ ਹੋਏ ਮਹਾਰਾਜ ਨੇ ਸਜਾਏ ਹਨ। ਸ਼ੇਰ ਗੁਫਾ ਤੇ ਨਿਕਸੈ ਜੈਸੇ। ਕਹਿੰਦੇ ਵੀ ਜਿਸ ਤਰ੍ਹਾਂ ਸ਼ੇਰ ਆਪਣੀ ਗੁਫਾ ਦੇ ਵਿੱਚੋਂ ਨਿਕਲਦਾ ਹੈ, ਸੁੰਦਰ ਸਦਨ ਤਿਆਗ ਕਰ ਤੈਸੇ। ਇਸੇ ਤਰ੍ਹਾਂ ਮਹਾਰਾਜ ਜੀ ਆਪਣਾ ਸੋਹਣਾ ਘਰ ਛੱਡ ਕੇ ਤੇ ਘਰ ਵਿੱਚੋਂ ਬਾਹਰ ਨਿਕਲੇ ਹਨ। ਹੈ ਪਰ ਚੜੇ ਸਭਾ ਥਲੇ ਆਏ। ਸਤਿਗੁਰੂ ਜੀ ਆਪਣੇ ਘੋੜੇ ਤੇ ਸਵਾਰ ਹੋਏ ਤੇ ਜਿੱਥੇ ਦੀਵਾਨ ਸਜਿਆ ਸੀ ਉੱਥੇ ਚੱਲ ਕੇ ਆਏ ਹਨ। ਲੋਕ ਹਜ਼ਾਰਾਂ ਸੀਸ ਨਿਵਾਏ। ਹਜ਼ਾਰਾਂ ਸੰਗਤਾਂ ਮਹਾਰਾਜ ਜੀ ਨੂੰ ਮੱਥਾ ਟੇਕ ਰਹੀਆਂ ਨੇ। ਬੈਠੇ ਜਾਏ ਸਿੰਘਾਸਨ ਫੇਰ। ਜਿੱਥੇ ਮਹਾਰਾਜ ਨੇ ਬੈਠਣਾ ਸੀ ਨਾ, ਸੰਗਤ ਵਿੱਚ ਆਸਣ ਲੱਗਾ ਹੋਇਆ, ਗੱਦੀ ਲੱਗੀ ਹੋਈ ਹੈ, ਉਸ ਜਗ੍ਹਾ ਤੇ ਮਹਾਰਾਜ ਜੀ ਜਾ ਕੇ ਬੈਠੇ ਹਨ। ਸੰਗਤ ਝੁਕੀ ਬਰਿੰਦੇ ਕਬੀਰ। ਜਦੋਂ ਮਹਾਰਾਜ ਬੈਠ ਗਏ ਸੰਗਤ ਵਿੱਚ ਜਾ ਕੇ ਤਖਤ ਤੇ ਬੈਠੇ, ਸਾਰੀ ਸੰਗਤ ਨੇ ਫਿਰ ਮਹਾਰਾਜ ਨੂੰ ਸਜਦਾ ਕੀਤਾ, ਫਿਰ ਨਮਸਕਾਰ ਕੀਤੀ ਹੈ। ਅਰਪ ਅਰਪ ਕਰ ਅਨਕ ਅਕੋਰ। ਅਨੇਕ ਤਰ੍ਹਾਂ ਦੀਆਂ ਭੇਟਾਵਾਂ ਮਹਾਰਾਜ ਸਾਹਿਬ ਜੀ ਦੇ ਅੱਗੇ। ਕੋਈ ਬਸਤਰ ਲੈ ਕੇ ਆਇਆ, ਕੋਈ ਸ਼ਸਤਰ ਲੈ ਕੇ ਆਇਆ, ਕੋਈ ਘੋੜੇ ਲੈ ਕੇ ਆਇਆ,
ਕੋਈ ਅਸਲਾ ਲੈ ਕੇ ਆਇਆ ਤੇ ਇਸੇ ਤਰ੍ਹਾਂ ਕੋਈ ਮਾਇਆ ਲੈ ਕੇ ਆਇਆ, ਆਪੋ ਆਪਣੀ ਭੇਟਾ ਮਹਾਰਾਜ ਦੇ ਅੱਗੇ ਅਰਪਦੇ ਹਨ। ਬੰਦੈ ਚਰਨ ਕਮਲ ਕਰ ਜੋਰ, ਦੋਨੇ ਹੱਥ ਜੋੜ ਜੋੜ ਕੇ ਮਹਾਰਾਜ ਜੀਆਂ ਨੂੰ ਨਮਸਕਾਰਾਂ ਕਰਦੇ ਨੇ। ਦੇਖਤ ਨੈ ਲੋਚਨ ਤ੍ਰਿਪਤਾਵੇਂ, ਸਤਿਗੁਰਾਂ ਦੇ ਦਰਸ਼ਨ ਹੀ ਗੁਰਮੁਖੋ ਐਸੇ ਨੇ ਜਿਹੜਾ ਤੱਕਦਾ ਉਹਦੇ ਨੇਤਰ ਰੱਜਦੇ ਨਹੀਂ ਹਨ। ਬਹੁਤ ਸੁੰਦਰਤਾ ਕਹੀ ਨ ਜਾਵੇ, ਸਤਿਗੁਰਾਂ ਦੇ ਸਰੀਰ ਦੀ ਤਨ ਦੀ ਸੁੰਦਰਤਾਈ ਕਹੀ ਨਹੀਂ ਜਾਂਦੀ ਹੈ। ਸੰਗਤ ਕੀ ਹੋਈ ਵੱਡ ਭੀਰ, ਇਸ ਤਰ੍ਹਾਂ ਸੰਗਤ ਦੀ ਬਹੁਤੀ ਭੀੜ ਮਹਾਰਾਜ ਦੇ ਦਰਬਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਈ ਹੈ। ਪਿੱਖ ਪਿੱਖ ਸਿੱਖਨ ਖੋਬਤ ਪੀਰ, ਸਿੱਖ ਮਹਾਰਾਜ ਦੇ ਦਰਸ਼ਨ ਕਰ ਕਰਕੇ ਆਪਣੀ ਪੀੜਾ ਆਪਣੇ ਦੁੱਖ ਨੂੰ ਦੂਰ ਕਰਦੇ ਹਨ। ਆਸ਼ਾ ਦੇ ਮੁਖ ਸਿੱਖਣੀ ਆਵੇ, ਸਤਿਗੁਰੂ ਮਹਾਰਾਜ ਦੀਆਂ ਦੇ ਦਰਬਾਰ ਵਿੱਚ ਇੱਕ ਬੀਬੀ ਆਉਂਦੀ ਹੈ। ਬਚਨ ਆਪਾਂ ਸਰਵਨ ਕਰ ਰਹੇ ਹਨ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੇਲਾ ਲੱਗਾ ਵਿਸਾਖੀ ਦਾ, ਬੇਅੰਤ ਸੰਗਤਾਂ ਆਉਂਦੀਆਂ। ਇਹਨਾਂ ਬਹੁਤੀਆਂ ਸੰਗਤਾਂ ਵਿੱਚ ਇੱਕ ਬੀਬੀ ਆਉਂਦੀ ਹੈ, ਪਰ ਆਉਂਦੀ ਆਪਣਾ ਮੂੰਹ ਢੱਕ ਕੇ ਹੈ। ਉਹ ਵੀ ਆ ਕੇ ਨਮਸਕਾਰ ਕਰਦੀ ਹੈ। ਪਹੁੰਚੇ ਨਿਕਟ ਨ ਪੁਨ ਹਟ ਜਾਵੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਜਾ ਕੇ ਨਮਸਕਾਰ ਕਰਕੇ ਨੇੜੇ ਨਹੀਂ ਸੀ ਪਹੁੰਚਦੀ, ਪਿੱਛੇ ਹਟ ਜਾਂਦੀ। ਆ ਜਾਂਦੀ ਹੈ ਆਪਣਾ ਮੂੰਹ ਢੱਕ ਕੇ, ਇੱਕ ਬੀਬੀ ਸਿੱਖ ਬੀਬੀ ਆਉਂਦੀ ਹੈ, ਦੂਰੋਂ ਮੱਥਾ ਟੇਕਦੀ ਮਹਾਰਾਜ ਜੀ, ਨੇੜੇ ਨਹੀਂ ਆਉਂਦੀ ਸਤਿਗੁਰਾਂ ਦੇ। ਮੱਥਾ ਟੇਕਿਆ ਬਾਹਰੋਂ ਦੂਰੋਂ ਹੀ, ਤੇ ਫਿਰ ਉੱਥੋਂ ਹੀ ਵਾਪਸ ਮੁੜ ਜਾਂਦੀ ਹੈ, ਦਰਸ਼ਨ ਕਰਨ ਵਾਸਤੇ ਅੱਗੇ ਨਹੀਂ ਆਉਂਦੀ ਹੈ। ਵੱਡੀ ਭੀੜ ਪੁਰਖਨ ਕੀ ਹੇਰ, ਉਹ ਬੀਬੀ ਜਿਹੜੀ ਹੈ ਇਹ ਵੇਖਦੀ ਹੈ ਵੀ ਮਹਾਰਾਜ ਦੇ ਦਰਬਾਰ ਦੇ ਵਿੱਚ ਬਹੁਤ ਜ਼ਿਆਦਾ ਸਿੱਖਾਂ ਦੀ ਭੀੜ ਹੈ, ਔਰ ਇਹਨਾਂ ਸੰਗਤਾਂ ਸਿੱਖਾਂ ਦੇ ਵਿੱਚ ਬਹੁਤੇ ਬੰਦੇ ਨੇ, ਮਰਦਾਂ ਦੀ ਗਿਣਤੀ ਜ਼ਿਆਦਾ ਹੈ। ਇਸ ਤਰ੍ਹਾਂ ਵੇਖ ਕੇ ਚਾਹ ਹੈ ਅਦਕ ਹੋਵੇ ਸਕੈ ਨਾ ਨੇਰੇ, ਅਤੇ ਇਸ ਤਰ੍ਹਾਂ ਉਹ ਚਾਹੁੰਦੀ ਤੇ ਹੈ ਮਨ ਕਰਕੇ ਵੀ ਮੈਂ ਗੁਰੂ ਪਾਤਸ਼ਾਹ ਦੇ ਨੇੜੇ ਜਾ ਕੇ ਦਰਸ਼ਨ ਕਰਾਂ, ਪਰ ਭੀੜ ਹੋਣ ਕਰਕੇ ਅੱਗੇ ਨਹੀਂ ਵਧਿਆ ਜਾਂਦਾ ਹੈ। ਮਨ ਗਤ ਲੱਖ ਸਤਿਗੁਰ ਤੈ ਪਾਸੀ, ਸਤਿਗੁਰੂ ਪਾਤਸ਼ਾਹ ਉਹਦੇ ਮਨ ਦੀ ਗੱਲ ਜਾਣ ਗਿਆ ਵੀ ਦਰਸ਼ਨ ਕਰਨੇ ਚਾਹੁੰਦੀ ਹੈ, ਦੂਰੋਂ ਮੁੜ ਜਾਂਦੀ ਹੈ। ਸਤਿਗੁਰੂ ਜੀ ਉਹਦੇ ਮਨ ਦੀ ਗੱਲ ਜਾਣ ਕੇ ਕਰਿਓ ਪਠਾਵਨ ਸਿੱਖ ਅਰਦਾਸੀ, ਜਿਹੜਾ ਅਰਦਾਸੀ ਆ, ਅਰਦਾਸ ਕਰਨ ਵਾਲਾ ਸਿੱਖ ਸੀ ਨਾ ਮਹਾਰਾਜ ਦਾ, ਹਜ਼ੂਰੀਆ ਸਿੱਖ, ਸਤਿਗੁਰਾਂ ਨੇ ਆਪਣਾ ਸਿੱਖ ਭੇਜਿਆ, ਕਹਿਣ ਲੱਗੇ ਵੀ ਜਾ ਭਾਈ ਉਸ ਬੀਬੀ ਕੋਲ ਜਾਣਾ ਕਰ, ਲਿਆਏ ਹਜ਼ੂਰ ਖਰੀ ਕਰ ਨੇਰੇ। ਸਤਿਗੁਰੂ ਕਹਿੰਦੇ ਵੀ ਜਾਓ ਲੈ ਕੇ ਆਓ ਤੇ ਉਹਨੂੰ ਸਾਡੇ ਕੋਲ ਲਿਆਓ। ਸਿੱਖ ਨੇ ਬਚਨ ਮੰਨਿਆ ਤੇ ਚਲਾ ਗਿਆ। ਜਿੱਥੇ ਉਹ ਬੀਬੀ ਬੈਠੀ ਨਾ ਬਾਰ-ਬਾਰ ਦੀਵਾਨ ਦੇ, ਸਿੱਖ ਨੇ ਜਾ ਕੇ ਦੱਸਿਆ ਵੀ ਸਤਿਗੁਰੂ ਤੈਨੂੰ ਬੁਲਾਉਂਦੇ ਪਏ। ਉਸ ਬੀਬੀ ਨੂੰ ਨਾਲ ਲਿਆ ਕੇ ਜਿੱਥੇ ਸਤਿਗੁਰੂ ਬੈਠੇ ਹੋਏ ਬਿਲਕੁਲ ਨੇੜੇ ਲੈ ਕੇ ਆਏ ਹਨ। ਕਰ ਕੋ ਜੋਰ ਗੁਰੂ ਦਸ਼ਹੇਰੇ, ਜਦੋਂ ਇਹ ਬੀਬੀ ਆਈ ਮਹਾਰਾਜ ਦੇ ਕੋਲ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਇਹਨੇ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਵੱਲ ਤੱਕਿਆ ਹੈ। ਤਿਸ ਕੁਟੰਬ ਕੇ ਜੋ ਨਰ ਔਰ, ਕਹਿਣ ਲੱਗੇ ਵੀ ਇਹਦੇ ਪਰਿਵਾਰ ਦੇ ਵਿੱਚ ਹੋਰ ਵੀ ਕਈ ਮੈਂਬਰ ਆਏ ਸਨ। ਬੀਬੀ ਤੇ ਆ ਗਈ ਨੇੜੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਹੱਥ ਜੋੜ ਕੇ ਨਮਸਕਾਰ ਕੀਤੀ। ਇਸ ਬੀਬੀ ਦੇ ਪਰਿਵਾਰਕ ਮੈਂਬਰ ਹੋਰ ਸਹੁਰੇ, ਜੇਠ, ਦਿਓਰ, ਹੋਰ ਪਰਿਵਾਰ ਦੇ ਮੈਂਬਰ ਜਿਹੜੇ ਉਹ ਵੀ ਨਾਲ ਆਏ ਹੋਏ ਹਨ। ਬੈਠੇ ਸਭਾ ਵਿਖੇ ਤਿਸ ਠੌਰ, ਤੇ ਸਾਰੇ ਉਹ ਵੀ ਦੀਵਾਨ ਵਿੱਚ ਬੈਠੇ ਹੋਏ। ਜਿਸ ਦੀਵਾਨ ਵਿੱਚ ਬੀਬੀ ਆ ਕੇ ਦਰਸ਼ਨ ਕਰਦੀ ਪਈ ਹੈ, ਉਸ ਦੀਵਾਨ ਦੇ ਵਿੱਚ ਇਹਦੇ ਵੱਡੇ ਵਡੇਰੇ ਵੀ ਬੈਠੇ ਹਨ। ਘੁੰਗਟ ਕਾਢੇ ਮਸਤਕ ਟੇਕਾ, ਹੁਣ ਬੀਬੀ ਦੇ ਮਨ ਵਿੱਚ ਵਿਚਾਰ ਇਹ ਹੈ ਵੀ ਮੈਂ ਮਹਾਰਾਜ ਦੇ ਦਰਸ਼ਨ ਕਰਾਂ। ਦਰਸ਼ਨ ਕਰ ਨਹੀਂ ਸਕਦੀ ਕਿਉਂਕਿ ਸੰਗਤ ਵਿੱਚ ਸਹੁਰਾ ਵੀ ਬੈਠਾ ਤੇ ਜੇਠ ਵੀ ਬੈਠਾ ਹੋਇਆ। ਇਸ ਬੀਬੀ ਨੇ ਘੁੰਡ ਕੱਢਿਆ ਹੋਇਆ। ਜੇ ਘੁੰਡ ਚੁੱਕਦੀ ਹੈ ਤੇ ਰਿਸ਼ਤੇਦਾਰਾਂ ਦਾ ਡਰ ਹੈ ਵੀ ਇਹ ਮੈਨੂੰ ਬੁਰਾ ਭਲਾ ਕਹਿਣਗੇ। ਜੇ ਘੁੰਡ ਨਹੀਂ ਚੁੱਕਿਆ ਜਾਂਦਾ ਤੇ ਮਹਾਰਾਜ ਦੇ ਦਰਸ਼ਨ ਨਹੀਂ ਕਰ ਪਾ ਰਹੀ ਹੈ, ਪਰ ਫਿਰ ਵੀ ਇਸ ਨੇ ਘੁੰਡ ਕੱਢ ਕੇ ਹੀ ਮਹਾਰਾਜ ਨੂੰ ਮੱਥਾ ਟੇਕਿਆ ਹੈ। ਖਰੀ ਅਗਾਰੀ ਜਲਦ ਵਿਵੇਕਾ, ਸਤਿਗੁਰਾਂ ਦੇ ਸਾਹਮਣੇ ਬੀਬੀ ਖੜ ਗਈ ਹੈ, ਘੁੰਡੇ ਨੇ ਕੱਢਿਆ ਹੈ ਤੇ ਸਤਿਗੁਰਾਂ ਦੇ ਸਾਹਮਣੇ ਖੜ ਕੇ ਸ਼੍ਰੀ ਮੁਖ ਤੇ ਫੁਰਮਾਵਨ ਕੀਨਾ। ਮਹਾਰਾਜ ਜੀ ਹੁਣ ਜਾਣਦੇ ਮਨ ਦੀ ਗੱਲ, ਤੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਫਿਰ ਆਪਣੇ ਮੁਖ ਤੋਂ ਕਹਿਣ ਲੱਗੇ ਹਨ, ਕਉ ਸਿੱਖਣੀ ਇਹ ਕਿਆ ਚਿਤ ਚੀਨਾ। ਮਹਾਰਾਜ ਕਹਿਣ ਲੱਗੇ ਆ ਬੀਬੀ ਤੂੰ ਆਪਣੇ ਮਨ ਵਿੱਚ ਕੀ ਜਾਣਿਆ ਹੈ। ਉਹ ਜਿਹੜੀ ਬੀਬੀ ਆਈ ਨਾ ਘੁੰਡ ਕੱਢ ਕੇ ਦਰਸ਼ਨ ਕਰਨ ਵਾਸਤੇ, ਸਤਿਗੁਰੂ ਉਹਨੂੰ ਪੁੱਛਦੇ ਪਏ, ਕਹਿਣ ਲੱਗੇ ਆ ਬੀਬੀ ਵੀ ਤੂੰ ਆਪਣੇ ਮਨ ਵਿੱਚ ਕੀ ਜਾਣਿਆ ਹੈ। ਲਖੈ ਗੁਰੂ ਕੇ ਤੋ ਕਹੁ ਆਛੇ, ਸਤਿਗੁਰੂ ਮਹਾਰਾਜ ਬਚਨ ਕਰਦੇ ਪਏ, ਗੁਰੂ ਕੇ ਚੰਗੀ ਤਰ੍ਹਾਂ ਜਾਣਦੇ ਹਨ ਤੈਨੂੰ।
ਸਤਿਗੁਰਾਂ ਨੇ ਕਿਹਾ ਵੀ ਅਸੀਂ ਤੈਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਤੇਰੇ ਮਨ ਵਿੱਚ ਕੀ ਚੱਲਦਾ ਪਿਆ, ਤੇਰੀ ਵਿਚਾਰ ਕੀ ਹੈ, ਇਹ ਸਾਨੂੰ ਭਲੀ ਭਾਂਤ ਸਭ ਕੁਝ ਪਤਾ ਹੈ। ਤਉ ਸੁਨਨ ਹਿਤ ਸੰਗਤ ਬਾਛੇ। ਪਰ ਮਹਾਰਾਜ ਕਹਿੰਦੇ ਅਸੀਂ ਚਾਹੁੰਦੇ ਹਾਂ ਵੀ ਤੂੰ ਆਪਣੇ ਮੂੰਹੋਂ ਬੋਲ ਕੇ ਦੱਸ, ਤੇਰੇ ਮਨ ਵਿੱਚ ਕੀ ਚੱਲਦਾ ਪਿਆ ਉਹ ਸਾਨੂੰ ਪਤਾ ਹੈ, ਪਰ ਇਹ ਜਿਹੜੀ ਸੰਗਤ ਬੈਠੀ ਹੈ ਇਹਨਾਂ ਨੂੰ ਨਹੀਂ ਪਤਾ ਹੈ। ਤੂੰ ਆਪਣੇ ਮੂੰਹ ਤੋਂ ਬੋਲ ਕੇ ਦੱਸ ਤਾਂ ਕਿ ਸਾਰੀ ਸੰਗਤ ਨੂੰ ਪਤਾ ਲੱਗ ਜਾਵੇ। ਨਿਜ ਬਿਰਤਾਂਤ ਦੇ ਘਰ ਬਾਹਰ। ਜਿਹੜਾ ਤੇਰੇ ਮਨ ਦੀ ਗੱਲ ਹੈ ਨਾ ਉਹਨੂੰ ਪ੍ਰਗਟ ਕਰ ਸੰਗਤ ਵਿੱਚ। ਜੋ ਤੇਰੇ ਮਨ ਵਿੱਚ ਵਿਚਾਰ ਹੈ, ਜੋ ਤੇਰੇ ਨਾਲ ਹੋਇਆ ਹੈ, ਜੋ ਤੂੰ ਸੋਚਦੀ ਪਈ ਹੈ, ਸਾਰੀ ਸੰਗਤ ਵਿੱਚ ਉਹ ਗੱਲ ਜ਼ਾਹਰ ਕਰ ਦੇ, ਪ੍ਰਗਟ ਕਰ ਦੇ। ਸਾਰੀ ਸੰਗਤ ਵਿੱਚ ਬੋਲ ਕੇ ਦੱਸਣਾ ਕਰ। ਕਰੋ ਸੁਨਾਵਨ ਸਭ ਮੈਂ ਜ਼ਾਹਰ। ਸਾਰਿਆਂ ਵਿੱਚ ਉਹ ਗੱਲ ਪ੍ਰਗਟ ਹੀ ਦੱਸ ਦੇ, ਇੱਥੇ ਸੰਕੋਚ ਕੋਈ ਨਹੀਂ ਹੈ। ਤੂੰ ਸੰਕੋਚ ਨਾ ਕਰ, ਕਿਸੇ ਦਾ ਭੈ ਨਾ ਰੱਖ, ਜੋ ਤੇਰੇ ਮਨ ਵਿੱਚ ਹੈ। ਸਿੱਖ ਬੀਬੀ ਨੂੰ ਕਹਿ ਰਿਹਾ ਮਹਾਰਾਜ ਵੀ ਤੂੰ ਸਾਰਾ ਬਚਨ ਇੱਥੇ ਖੁੱਲ ਕੇ ਕਹਿ ਦੇਣਾ ਕਰ। ਕਰ ਜੋਰਤ ਤਬ ਤ੍ਰਿਆ ਉਵਾਚੇ। ਉਸ ਵੇਲੇ ਉਹ ਬੀਬੀ ਜਿਹੜੀ ਹੈ ਨਾ ਮਹਾਰਾਜ ਦੇ ਸਾਹਮਣੇ ਖੜੀ ਹੋਈ ਹੈ ਘੁੰਡ ਕੱਢ ਕੇ, ਉਸਨੇ ਹੱਥ ਜੋੜ ਕੇ ਫਿਰ ਸਤਿਗੁਰਾਂ ਨੂੰ ਕਹਿਣ ਲੱਗੀ ਹੈ, ਸੁਣੀਐ ਪਾਤਸ਼ਾਹ ਗੁਰ ਸਾਚੇ। ਫਿਰ ਪੜੋ, ਸੁਣੀਐ ਪਾਤਸ਼ਾਹ ਗੁਰ ਸਾਚੇ। ਕਹਿਣ ਲੱਗੀ ਵੀ ਐ ਸੱਚੇ ਪਾਤਸ਼ਾਹ ਆਪ ਜੀ ਫਿਰ ਮੇਰੀ ਬੇਨਤੀ ਬੜੇ ਧਿਆਨ ਦੇ ਨਾਲ ਸੁਣਨਾ ਕਰੋ। ਮਾਤਾ ਪਿਤਾ ਰਾਏਪੁਰ ਮੇਰੇ। ਮੇਰੇ ਜਿਹੜੇ ਮਾਤਾ ਪਿਤਾ ਨੇ, ਮੇਰੇ ਜਿਹੜੇ ਪੇਕੇ ਨੇ, ਰਾਏਪੁਰ ਨਾਮ ਦਾ ਇੱਕ ਪਿੰਡ ਹੈ, ਉੱਥੇ ਮੇਰੇ ਮਾਤਾ ਪਿਤਾ ਹਨ। ਪੁੱਤੀ ਕੁਮਾਰੀ ਜਬ ਇੱਕ ਬੇਰੇ। ਤੇ ਮੈਂ ਆਪਣੇ ਪੇਕਿਆਂ ਦੇ ਘਰ ਵਿੱਚ ਰਹਿੰਦੀ ਸੀ ਵੀ ਉਦੋਂ ਮੇਰਾ ਵਿਆਹ ਨਹੀਂ ਸੀ ਹੋਇਆ। ਇਹਨੇ ਪਿਛਲੀ ਕਹਾਣੀ ਸੁਣਾਈ ਵਿਆਹ ਤੋਂ ਪਹਿਲਾਂ ਦੀ। ਹੁਣ ਮਹਾਰਾਜ ਜਾਣਦੇ ਪਰ ਸੰਗਤ ਨਹੀਂ ਜਾਣਦੀ ਹੈ। ਤੇ ਸਤਿਗੁਰਾਂ ਨੇ ਆਖਿਆ ਨਾ ਵੀ ਬਚਨ ਪ੍ਰਗਟ ਕਰਕੇ ਸੁਣਾ, ਸਾਰਿਆਂ ਨੂੰ ਦੱਸ। ਤੇ ਫਿਰ ਦੱਸਣ ਲੱਗੀ, ਕਹਿਣ ਲੱਗੀ ਵੀ ਮੇਰੇ ਮਾਤਾ ਪਿਤਾ ਰਾਏਪੁਰ ਨਾਮ ਦੇ ਪਿੰਡ ਵਿੱਚ ਰਹਿੰਦੇ, ਤੇ ਮੇਰਾ ਉਦੋਂ ਅਜੇ ਵਿਆਹ ਨਹੀਂ ਹੋਇਆ, ਤੇ ਮੈਂ ਕੁਆਰੀ ਹਾਂ ਤੇ ਆਪਣੇ ਪੇਕੇ ਘਰ ਮਾਤਾ ਪਿਤਾ ਦੇ ਘਰ ਰਹਿੰਦੀ ਹਾਂ। ਇੱਕ ਸਾਧੂ ਬੈ ਬ੍ਰਿਧ ਉਦਾਰਾ। ਉਸ ਵੇਲੇ ਇੱਕ ਸਾਧੂ ਜਿਹਦੀ ਬਹੁਤ ਵੱਡੀ ਉਮਰਾ ਹੈ, ਬਜ਼ੁਰਗ ਸੀ। ਕੋਈ ਸਾਧੂ ਹੈ ਪਰ ਉਮਰਾ ਵੱਡੀ ਹੈ, ਬਜ਼ੁਰਗ ਹੈ, 50-60 ਸਾਲ ਦਾ ਹੋਵੇਗਾ, 70 ਸਾਲ ਦਾ ਹੋਵੇਗਾ, ਵੱਡੀ ਉਮਰਾ ਦਾ ਇੱਕ ਸਾਧੂ ਹੈ। ਆਨ ਰਹਿਓ ਹਮ ਸਦਨ ਮਝਾਰਾ। ਉਹ ਸਾਡੇ ਘਰ ਵਿੱਚ ਆ ਕੇ ਰਹਿ ਪਿਆ। ਕਿਤੇ ਰਸਤੇ ਤੇ ਜਾ ਰਿਹਾ ਸੀ ਤੇ ਰਸਤੇ ਵਿੱਚ ਰਾਤ ਪੈ ਗਈ, ਤੇ ਉਹਨੇ ਸੋਚਿਆ ਵੀ ਆਹ ਘਰ ਨੇੜੇ ਆ, ਲੱਗਦੇ ਵੀ ਚਲੋ ਸਿੱਖ ਨੇ, ਮੈਂ ਇਹਨਾਂ ਦੇ ਘਰੇ ਚਲੇ ਜਾਵਾਂ। ਉਹ ਵੱਡੀ ਉਮਰ ਦਾ ਜਿਹੜਾ ਸਾਧੂ ਹੈ ਨਾ, ਉਹ ਸਾਡੇ ਘਰ ਵਿੱਚ ਰਾਤ ਰਹਿਣ ਵਾਸਤੇ ਸਾਡੇ ਘਰ ਵਿੱਚ ਰੁਕਿਆ ਹੈ। ਸੇਵਾ ਕਰਹਿ ਮਾਤ ਪਿਤ ਮੇਰੇ। ਮੇਰੇ ਮਾਤਾ ਪਿਤਾ ਨੇ ਉਹ ਸਾਧੂ ਦੀ ਬੜੀ ਸੇਵਾ ਕੀਤੀ। ਸਾਧੂ ਹੈ, ਲਿਬਾਸ ਉਹਦਾ ਸਾਧੂਆਂ ਵਾਲਾ ਹੈ, ਉਹਦਾ ਸੁਭਾਅ ਚੰਗਾ ਜਾਣ ਕੇ, ਬੰਦਗੀ ਉਹਦੀ ਜਾਣ ਕੇ ਮੇਰੇ ਮਾਤਾ ਪਿਤਾ ਨੇ ਨਾਲੇ ਉਹਨੂੰ ਘਰ ਵਿੱਚ ਰੱਖਿਆ, ਨਾਲੇ ਉਹਦੀ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ। ਖਾਨ ਪਾਨ ਤੇ ਆਦ ਕਨੇਰੇ। ਪ੍ਰਸ਼ਾਦਾ ਪਾਣੀ ਛਕਾਇਆ, ਜਲ ਪਾਣੀ ਛਕਾਇਆ, ਜੋ ਸਾਡੇ ਘਰ ਵਿੱਚ ਸੀ। ਮਹਿਮਾਨ ਦੀ ਸੇਵਾ ਕਰਨ ਵਾਸਤੇ ਮੇਰੇ ਮਾਤਾ ਪਿਤਾ ਨੇ ਬੜੀ ਚੰਗੀ ਤਰੀਕੇ ਦੇ ਨਾਲ ਉਹ ਸਾਧੂ ਦੀ ਸੇਵਾ ਕੀਤੀ ਹੈ। ਸੰਮਤ ਪੰਚ ਰਹਿਓ ਸੁਖ ਪਾਏ। ਕਹਿਣ ਲੱਗੇ ਵੀ ਉਹ 5 ਸਾਲ ਬੜੇ ਸੁਖ ਪਾ ਕੇ ਤੇ ਰਿਹਾ ਹੈ, ਬੜੇ ਸੁਖ ਪ੍ਰਾਪਤ ਹੋਏ ਹਨ। ਮੈਂ ਵੀ ਸੇਵ ਕਰਾਂ ਹਿਤ ਲਾਏ। ਤੇ ਮੈਂ ਵੀ ਉਹਦੀ ਸੇਵਾ ਕੀਤੀ ਵੀ ਉਹ 5 ਸਾਲ ਸਾਡੇ ਪਿੰਡ ਵਿੱਚ ਹੀ ਰਹਿ ਪਿਆ। ਜਿੱਥੇ ਪਰਿਵਾਰ ਸੇਵਾ ਕਰਦਾ ਪਿੰਡ ਵਾਲੇ, ਤੇ ਮੈਂ ਵੀ ਉਹਦੀ ਸੇਵਾ ਕਰਦੀ। ਬੀਬੀ ਆਖਦੀ ਹੈ, ਕਥਾ ਸੁਣਾਏ ਅਨੇਕ ਪ੍ਰਕਾਰ। ਉਹ ਜਿਹੜਾ ਸਾਧੂ ਹੈ ਨਾ, ਉਹ ਕਈ ਤਰ੍ਹਾਂ ਦੀ ਕਥਾ ਸੁਣਾਉਂਦਾ ਸੀ, ਸ਼ਾਸਤਰਾਂ ਦੀ, ਬੜੀਆਂ ਸੋਹਣੀਆਂ ਸਾਖੀਆਂ, ਬੜੀਆਂ ਸੋਹਣੀਆਂ ਗਿਆਨ ਦੀਆਂ ਗੱਲਾਂ, ਕਈ ਤਰ੍ਹਾਂ ਦੇ ਬਚਨ ਉਸਨੇ ਕਥਾ ਵਿੱਚ ਸੁਣਾਉਂਦੇ ਹਨ। ਮੈਂ ਵੀ ਸੁਣਤ ਰਹੀ ਤਿਸ ਬਾਰ। ਤੇ ਮੈਂ ਵੀ ਉਹਦੇ ਕੋਲੋਂ ਸੁਣਦੀ ਰਹੀ ਕਥਾ। ਜਦੋਂ ਸਾਰੇ ਪਿੰਡ ਨੇ ਚਲੇ ਜਾਣਾ ਸੁਣਨ ਵਾਸਤੇ ਵੀ ਚਲੋ ਪਿੰਡ ਵਿੱਚ ਸਾਧੂ ਆਇਆ, ਜਿੱਥੇ ਧਰਮਸ਼ਾਲਾ ਵਿੱਚ ਉਸਨੇ ਰਹਿਣਾ, ਉੱਥੇ ਸਾਰੇ ਪਿੰਡ ਨੇ ਜਾਣਾ, ਤੇ ਮੈਂ ਵੀ ਉਹਨਾਂ ਦੇ ਨਾਲ ਆਪਣੇ ਮਾਤਾ ਪਿਤਾ ਦੇ ਜਾ ਕੇ ਉਹਦੇ ਕੋਲੋਂ ਕਥਾ ਵਿਚਾਰ ਸੁਣਨੀ ਹੈ। ਖੱਤਰੀ ਸੁਤ ਬਰਸਾਣੇ ਗ੍ਰਾਮੂ। ਕਹਿਣ ਲੱਗੇ ਵੀ ਇੱਕ ਖੱਤਰੀਆਂ ਦਾ ਬੱਚਾ ਤੇ ਬਰਸਾਣੇ ਨਾਮ ਦਾ ਪਿੰਡ ਹੈ, ਪਿੰਡ ਦਾ ਨਾਮ ਹੈ ਬਰਸਾਣਾ, ਤੇ ਕਹਿੰਦੇ ਵੀ ਉਸ ਪਿੰਡ ਦੇ ਵਿੱਚ ਇੱਕ ਖੱਤਰੀ ਬੱਚਾ ਹੈ। ਮੁਝ ਕੋ ਵਿਆਹ ਦੇਨ ਤਿਨ ਧਾਮੂ। ਮੇਰੇ ਮਾਤਾ ਪਿਤਾ ਨੇ ਉੱਥੇ ਮੇਰਾ ਵਿਆਹ ਕਰ ਦਿੱਤਾ। ਮੇਰਾ ਪੇਕਾ ਨਗਰ ਜਿਹੜਾ ਉਹ ਰਾਏਪੁਰ ਹੈ, ਤੇ ਕੁਝ ਸਮਾਂ ਮੈਂ ਆਪਣੇ ਪੇਕੇ ਘਰ ਵਿੱਚ ਰਹਿੰਦਿਆਂ ਉਹ ਸਾਧੂ ਦੀ ਸੇਵਾ ਕੀਤੀ, ਕਥਾ ਵਿਚਾਰਾਂ ਸੁਣੀਆਂ, ਤੇ ਮੇਰੇ ਮਾਤਾ ਪਿਤਾ ਨੇ
ਮੇਰੇ ਵਿਆਹ ਦਾ ਉਮਰ ਜਾਣ ਕੇ, ਸਮਾਂ ਜਾਣ ਕੇ ਇੱਕ ਬਰਸਾਣੇ ਨਾਮ ਦਾ ਪਿੰਡ ਹੈ ਤੇ ਉੱਥੇ ਮੇਰਾ ਵਿਆਹ ਕਰ ਦਿੱਤਾ ਹੈ। तिसकी सिखणी मुझको जाने, ਅਤੇ ਹੁਣ ਮੈਨੂੰ ਸਾਰੇ ਉਸ ਦੀ ਸਿੱਖਣੀ ਜਾਣਦੇ ਹਨ। सिख भी गुरमुख भला पछानो। ਅਤੇ ਸਿੱਖ ਵੀ ਜਿਹੜੇ ਨੇ ਉਹ ਗੁਰਮੁਖ ਭਲਾ ਕਹਿੰਦੇ ਹਨ। सिख संत जो वहर निहारे, ਜੋ ਵੀ ਸਿੱਖ ਸੰਗਤਾਂ ਬਾਹਰ ਦਿਸਦੀਆਂ ਹਨ ले आवत है सदन मझारे। ਉਹ ਸਾਡੇ ਘਰ ਵਿੱਚ ਲੈ ਆਉਂਦੇ। ਇਸ ਨੇ ਦੱਸਿਆ ਵੀ ਸਾਰਿਆਂ ਨੇ ਮੈਨੂੰ ਚੰਗਾ ਸਮਝਿਆ ਵੀ ਇਹ ਬੀਬੀ ਚੰਗੇ ਸੁਭਾਅ ਵਾਲੀ ਹੈ। ਹੁਣ ਮੇਰੇ ਸਹੁਰੇ ਪਿੰਡ ਵਿੱਚ ਕੋਈ ਸਾਧੂ ਸੰਤ ਆਉਂਦਾ ਨਾ ਤੇ ਮੇਰਾ ਪਤੀ ਜਾਂ ਸਾਡੇ ਪਰਿਵਾਰ ਦੇ ਮੈਂਬਰ ਉਸ ਨੂੰ ਸਾਡੇ ਘਰ ਹੀ ਲੈ ਆਉਂਦੇ। ਅਤੇ ਜਿਹੜਾ ਵੀ ਕੋਈ ਸਾਧੂ ਸੰਤ ਸਾਡੇ ਘਰ ਆਉਂਦਾ ਮੈਂ ਫਿਰ ਉਹਦੀ ਸੇਵਾ ਕਰਦੀ ਹਾਂ। प्रेम करो मैं पीस पकावो। ਅਤੇ ਫਿਰ ਮੈਂ ਬੜੀ ਭਾਵਨਾ ਦੇ ਨਾਲ ਚੱਕੀ ਦੇ ਵਿੱਚ ਆਟਾ ਪੀਸ ਕੇ, ਪਹਿਲਾਂ ਸਮੇਂ ਵਿੱਚ ਹੱਥ ਵਾਲੀਆਂ ਚੱਕੀਆਂ ਹੁੰਦੀਆਂ, ਆਟਾ ਪੀਣਾ ਪੈਂਦਾ। ਬੀਬੀ ਦੱਸਦੀ ਹੈ ਵੀ ਮੈਂ ਫਿਰ ਆਪਣੇ ਹੱਥਾਂ ਨਾਲ ਆਟਾ ਪੀ ਕੇ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਤੇ ਜਿਹੜਾ ਕੋਈ ਸਾਧੂ ਸੰਤ ਆਉਣਾ ਉਹਨੂੰ ਫਿਰ ਪ੍ਰਸ਼ਾਦਾ ਪਾਣੀ ਛਕਾਉਂਦੀ ਹਾਂ। लेह खुशी कर त्यार छकावो। ਅਤੇ ਮੈਂ ਪ੍ਰਸ਼ਾਦਾ ਤਿਆਰ ਕਰਕੇ ਜਿਹੜਾ ਵੀ ਕੋਈ ਸਾਧੂ ਸੰਤ ਆ ਜਾਂਦਾ ਉਹਨੂੰ ਛਕਾਉਂਦੀ ਤੇ ਉਸ ਸਾਧੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ। ਜਿਹੜਾ ਵੀ ਕੋਈ ਸਾਧੂ ਸੰਤ ਆਉਂਦਾ ਮੈਨੂੰ ਆਸ਼ੀਰਵਾਦ ਦੇ ਕੇ ਜਾਂਦਾ, ਮੈਨੂੰ ਅਸੀਸ ਦੇ ਕੇ ਜਾਂਦਾ, ਮੇਰੇ ਭਲੇ ਦੀ ਕਾਮਨਾ ਕਰਦਾ। ਇਸ ਤਰ੍ਹਾਂ ਮੈਂ ਆਏ ਗਏ ਸਾਧੂ ਸੰਤਾਂ ਦੀਆਂ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੀ ਹਾਂ। भरता साथ रही मन मेरी। ਅਤੇ ਇਸੇ ਤਰ੍ਹਾਂ ਕਹਿਣ ਲੱਗੇ ਵੀ ਮੈਂ ਆਪਣੇ ਪਤੀ ਦੇ ਨਾਲ ਰਹਿੰਦਿਆਂ ਹੋਇਆਂ ਅਸੀਂ ਮਿਲ ਕੇ ਦੋਨਾਂ ਜਾਣਿਆਂ ਨੇ ਬੜੀ ਸੇਵਾ ਕੀਤੀ ਹੈ। सिखन सेवा करो कनेरी। ਬੇਅੰਤ ਸੰਗਤਾਂ ਦੀ ਸੇਵਾ ਕੀਤੀ। ਕੋਈ ਵੀ ਸਿੱਖ ਰਾਹ ਜਾਂਦਾ ਅਸੀਂ ਉਹਨੂੰ ਆਵਾਜ਼ ਮਾਰ ਲੈਂਦੇ ਵੀ ਆ ਜਾ ਭਾਈ ਸਾਡੇ ਘਰੇ ਪ੍ਰਸ਼ਾਦਾ ਛਕ ਕੇ ਜਾਈਂ। ਕੋਈ ਵੀ ਸਿੱਖ ਜਾਂਦਾ ਉਹਨੂੰ ਅਸੀਂ ਆਵਾਜ਼ ਮਾਰ ਲੈਂਦੇ। ਕੋਈ ਸਾਧੂ ਜਾਂਦਾ ਉਹਨੂੰ ਵੀ ਅਸੀਂ ਬੁਲਾ ਲੈਂਦੇ। ਰਾਹ ਜਾਂਦੇ ਉਹਨੂੰ ਆਵਾਜ਼ ਮਾਰ ਕੇ ਆਪਣੇ ਘਰ ਵਿੱਚ ਬਿਠਾ ਕੇ ਉਹਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਹਾਂ। संतन ते मैं पूर्व सुनियो। ਮੈਂ ਸੰਤਾਂ ਦੇ ਕੋਲੋਂ ਇੱਕ ਬਚਨ ਸੁਣਿਆ ਸੀ ਕਥਾ ਦੇ ਵਿੱਚ। ਇਹ ਬੀਬੀ ਨੇ ਮਹਾਰਾਜ ਜੀਆਂ ਦੇ ਨਾਲ ਬਚਨ ਕੀਤਾ ਵੀ ਮੈਂ ਉਹਨਾਂ ਦੇ ਕੋਲੋਂ ਪਹਿਲਾਂ ਕਿਤੇ ਇੱਕ ਇਹ ਬਚਨ ਸੁਣਿਆ ਹੈ। त्रिया को एक अलंब पत गुनियो। ਮਹਾਰਾਜ ਮੈਂ ਇਹ ਬਚਨ ਸੁਣਿਆ ਸੀ ਵੀ ਜਿਹੜੀ ਇਸਤਰੀ ਹੈ ਨਾ ਉਹਦਾ ਇੱਕ ਆਸਰਾ ਪਤੀ ਹੀ ਹੈ। ਕਿਸੇ ਸਾਧੂ ਨੇ ਕਥਾ ਸੁਣਾਈ ਤੇ ਕਥਾ ਵਿੱਚ ਮੈਂ ਇਹ ਬਚਨ ਸੁਣੇ ਜਾਂ ਕਿਸੇ ਵੱਡੇ ਵਡੇਰੇ ਕੋਲੋਂ ਇਹ ਗੱਲ ਸੁਣੀ ਵੀ ਜੋ ਇਸਤਰੀ ਹੈ ਉਹਦਾ ਆਸਰਾ, ਉਹਦਾ ਸਹਾਰਾ, ਉਹਦਾ ਇੱਕ ਪਤੀ ਹੀ ਹੈ। ਇਹ ਮੈਂ ਬਚਨ ਸੁਣਿਆ ਹੈ। या ते सेवा करो महाना। ਇਸ ਕਰਕੇ ਮੈਂ ਆਏ ਗਏ ਸਾਧੂ ਦੀ ਸੇਵਾ ਵੀ ਕਰਦੀ ਔਰ ਆਪਣੇ ਪਤੀ ਦੀ ਵੀ ਸੇਵਾ ਕਰਦੀ। ਇਹ ਸਾਰੀਆਂ ਸੇਵਾਵਾਂ ਮੈਂ ਕਮਾਈਆਂ ਹਨ। गुर परमेश्वर पत ही जाना। ਮੈਂ ਆਪਣੇ ਪਤੀ ਨੂੰ ਹੀ ਆਪਣਾ ਪਰਮੇਸ਼ਰ ਜਾਣਿਆ ਕਿਉਂਕਿ ਮੈਂ ਇਹ ਵਿਚਾਰ ਸੁਣਿਆ ਵੱਡੇ ਵਡੇਰਿਆਂ ਕੋਲੋਂ ਜਾਂ ਕਿਸੇ ਮਹਾਤਮਾ ਦੇ ਕੋਲੋਂ। ਇਹ ਕਥਾ ਵਿਖਿਆਨ, ਇਹ ਬਚਨ ਸਰਵਣ ਕੀਤਾ ਕਿ ਜੋ ਪਤੀ ਹੈ ਉਹ ਪਰਮੇਸ਼ਰ ਹੈ ਤੇ ਮੈਂ ਪਰਮੇਸ਼ਰ ਜਾਣ ਕੇ ਬੜੀ ਡਾਢੀ ਸੇਵਾ ਕੀਤੀ ਹੈ। मम ससुरे को सब परिवार। ਅਤੇ ਇਸੇ ਤਰ੍ਹਾਂ ਕਹਿਣ ਲੱਗੀ ਵੀ ਮੇਰੇ ਸਹੁਰੇ ਘਰ ਦਾ ਜਿੰਨਾ ਵੀ ਪਰਿਵਾਰ ਹੈ, ਜੋ ਮੇਰੇ ਦਿਓਰ ਨੇ, ਜੇਠ ਨੇ, ਦਰਾਣੀਆਂ, ਜਠਾਣੀਆਂ, ਜੋ ਵੀ ਸਾਡਾ ਪਰਿਵਾਰ ਹੈ, देवर जेठ संग सब दारा। ਅਤੇ ਭਾਵੇਂ ਮੇਰੇ ਦਿਓਰ ਤੇ ਜੇਠ ਨੇ ਤੇ ਭਾਵੇਂ ਉਹਨਾਂ ਦੀਆਂ ਘਰ ਵਾਲੀਆਂ, ਦਰਾਣੀਆਂ ਤੇ ਜਠਾਣੀਆਂ, ਜਿੰਨਾ ਵੀ ਸਾਡਾ ਕੁਟੁੰਬ ਕਬੀਲਾ ਹੈ ਨਾ, ਸਹੁਰੇ ਘਰ ਦਾ ਜਿੰਨਾ ਵੀ ਪਰਿਵਾਰ ਹੈ, तुमरे दर्शन को सब आवे। ਮਹਾਰਾਜ ਵੀ ਇਹ ਸਾਰੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਂਦੇ ਸਨ। ਮੇਰੇ ਸਹੁਰਾ ਜੀ ਵੀ ਆਏ, ਮੇਰੇ ਜੇਠ, ਦਿਓਰ, ਦਰਾਣੀਆਂ, ਜਠਾਣੀਆਂ, ਇਹ ਸਾਰੇ ਤੁਹਾਡੇ ਦਰਸ਼ਨ ਕਰਨ ਵਾਸਤੇ। मम पत सह देख पुन जावे। ਅਤੇ ਮੇਰਾ ਪਤੀ ਵੀ ਆਉਂਦਾ ਹੈ। ਇਹ ਸਾਰੇ ਤੁਹਾਡੇ ਦਰਸ਼ਨ ਕਰਕੇ ਜਾਂਦੇ ਪਰ ਮੈਨੂੰ ਨਹੀਂ ਲੈ ਕੇ ਆਉਂਦੇ ਨਾਲ, ਜਾਂ ਮੇਰੇ ਆਉਣ ਦਾ ਕੋਈ ਸਬੱਬ ਨਾ ਬਣਦਾ ਹੈ। ਤੇ ਮੇਰਾ ਸਹੁਰਾ ਪਰਿਵਾਰ ਬੜਾ ਚੰਗਾ, ਪਰ ਜਦੋਂ ਕਿਤੇ ਮੇਲਾ ਹੁੰਦਾ ਵਿਸਾਖੀ ਦਾ ਜਾਂ ਅਨੰਦਪੁਰ ਸਾਹਿਬ ਆਉਣਾ, ਬਾਕੀ ਤੇ ਸਾਰੇ ਮੈਂਬਰ ਆ ਜਾਂਦੇ ਇਕੱਠੇ ਹੋ ਕੇ ਤੇ ਦਰਸ਼ਨ ਕਰਕੇ ਜਾਂਦੇ, ਪਰ ਮੈਂ ਦਰਸ਼ਨਾਂ ਤੋਂ ਵਾਂਝੀ ਰਹਿ ਜਾਂਦੀ, ਮੈਂ ਨਾਲ ਨਹੀਂ ਆਉਂਦੀ। ਹਾਂ, मैं पापन बिन भाग विचारा। ਮਹਾਰਾਜ ਮੈਂ ਆ ਪਾਪਣ ਤੇ ਮੈਂ ਇਹ ਗੱਲ ਵਿਚਾਰੀ ਆਪਣੇ ਮਨ ਦੇ ਵਿੱਚ ਵੀ ਮੇਰਾ ਕੋਈ ਮਾੜਾ ਭਾਗ ਹੋਵੇਗਾ, ਮੇਰਾ ਕੋਈ ਮਾੜਾ ਕਰਮ ਹੋਵੇਗਾ ਜੋ ਮੈਨੂੰ ਗੁਰੂ ਦੇ ਦਰਸ਼ਨਾਂ ਵਾਸਤੇ ਸਮਾਂ ਨਹੀਂ ਮਿਲਦਾ, ਜਾਂ ਮੈਨੂੰ ਲੈ ਕੇ ਨਹੀਂ ਜਾਂਦੇ, ਜਾਂ ਕੋਈ ਕੰਮ ਇਹੋ ਜਿਹਾ ਜਿਹੜਾ ਮੈਨੂੰ ਰੋਕ ਲੈਂਦਾ ਹੈ। ਉਹਦਾ ਕਾਰਨ ਇਹ ਹੈ ਵੀ ਮੇਰੇ ਕੋਲੋਂ ਕੋਈ ਡਾਢਾ ਪਾਪ ਹੋਇਆ
ਮੈਂ ਪਾਪਾਂ ਵਾਲੀ ਹਾਂ ਜੋ ਆਪ ਜੀ ਦੇ ਦਰਸ਼ਨ ਨਹੀਂ ਕਰ ਸਕੀ। ਹਾਂ, ਗੁਰ ਸਰੂਪ ਨਹਿ ਕਬੈ ਨਿਹਾਰਾ। ਮੈਂ ਮਹਾਰਾਜ ਆਪ ਜੀ ਦਾ ਦਰਸ਼ਨ ਕਦੇ ਕੀਤਾ ਹੀ ਨਹੀਂ, ਪਰ ਮੇਰੇ ਮਨ ਦੀ ਇੱਛਾ ਬੜੀ ਸੀ ਸ਼ੁਰੂ ਤੋਂ। ਜਦੋਂ ਮੈਂ ਕੁਆਰੇ ਹੁੰਦਿਆਂ, ਵਿਆਹ ਨਹੀਂ ਸੀ ਹੋਇਆ, ਉਦੋਂ ਵੀ ਸਾਧੂ ਸੰਤਾਂ ਦੀ ਬੜੀ ਸੇਵਾ ਕੀਤੀ, ਤੇ ਵਿਆਹ ਤੋਂ ਬਾਅਦ ਵਿੱਚ ਵੀ ਸਾਧੂ ਸੰਤਾਂ ਦੀ ਬੇਅੰਤ ਸੇਵਾ ਕਰਕੇ ਬੜੀਆਂ ਖੁਸ਼ੀਆਂ ਲਈਆਂ, ਬੜੇ ਸਾਧੂਆਂ ਦੇ ਦਰਸ਼ਨ ਕੀਤੇ, ਪਰ ਮਹਾਰਾਜ ਮੈਂ ਤੁਹਾਡਾ ਦਰਸ਼ਨ ਨਹੀਂ ਕਰ ਪਾਈ। ਮੇਰੇ ਮਨ ਦੀ ਇਹ ਇੱਛਾ ਸੀ ਕਿ ਮੈਂ ਤੁਹਾਡਾ ਦਰਸ਼ਨ ਕਰਾਂ, ਪਰ ਮੈਨੂੰ ਆਪ ਜੀ ਦਾ ਦਰਸ਼ਨ ਹੋਇਆ ਨਹੀਂ ਹੈ। ਗਨ ਸਿੱਖਣ ਕੀ ਸੇਵਾ ਕਰੋ। ਮਹਾਰਾਜ ਮੈਂ ਬੇਅੰਤ ਸਿੱਖਾਂ ਦੀ ਸੇਵਾ ਕਰਦੀ। ਕੋਈ ਵੀ ਤੁਹਾਡਾ ਸਿੱਖ ਅਨੰਦਪੁਰ ਸਾਹਿਬ ਤੋਂ ਆਉਣ ਵਾਲਾ ਜਾਂ ਅਨੰਦਪੁਰ ਸਾਹਿਬ ਤੋਂ ਦਰਸ਼ਨ ਕਰਕੇ ਜਾਣ ਵਾਲਾ ਕੋਈ ਰਸਤੇ ਤੋਂ ਲੰਘਦਾ, ਤੇ ਅਸੀਂ ਆਵਾਜ਼ ਮਾਰ ਕੇ ਆਪਣੇ ਘਰੇ ਬਿਠਾ ਲੈਂਦੇ ਵੀ ਪ੍ਰਸ਼ਾਦਾ ਪਾਣੀ ਛਕ ਕੇ ਜਾਇਓ। ਇਸ ਤਰ੍ਹਾਂ ਮੈਂ ਤੁਹਾਡੀਆਂ ਸੰਗਤਾਂ ਦੀ, ਸਿੱਖਾਂ ਦੀ, ਸਾਧੂਆਂ ਦੀ ਬੇਅੰਤ ਸੇਵਾ ਕਮਾਈ ਹੈ। ਦਰਸ਼ਨ ਗੁਰੂ ਚਿਤਵ ਨਾ ਧਰੋ। ਤੇ ਸਤਿਗੁਰੂ ਮੇਰੇ ਮਨ ਦੀ ਇੱਛਾ ਇਹ ਸੀ ਵੀ ਮੈਨੂੰ ਗੁਰੂ ਦੇ ਦਰਸ਼ਨ ਹੋਣ। ਇਹ ਮੇਰੀ ਇੱਛਾ ਸੀ ਮਨ ਦੀ ਕਿ ਮੈਂ ਸੇਵਾ ਸਾਧੂ ਸੰਤਾਂ ਦੀ ਬੇਅੰਤ ਕੀਤੀ ਹੈ, ਪਰ ਉਹ ਸੇਵਾ ਦਾ ਮੈਨੂੰ ਫਲ ਇਹ ਮਿਲੇ ਕਿ ਮੈਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਣ। ਇਹ ਮੈਂ ਆਪਣੇ ਮਨ ਵਿੱਚ ਇੱਛਾ ਰੱਖੀ ਹੈ। ਹਰ ਮੈਂ ਹਿਰਦੇ ਵਿਚਾਰਤ ਬਾਤੀ। ਅਤੇ ਮੈਂ ਹਰ ਰੋਜ਼ ਇਸ ਗੱਲ ਨੂੰ ਵਿਚਾਰਦੀ ਹਾਂ, ਆਪਣੇ ਮਨ ਵਿੱਚ ਸੋਚਦੀ ਇਹ ਗੱਲ ਰੋਜ਼ ਹੀ ਬੈਠ ਕੇ ਵੀ ਕਦੋਂ ਸਮਾਂ ਆਵੇਗਾ, ਕਦੋਂ ਕੋਈ ਬਹਾਨਾ ਬਣੇਗਾ ਜਦੋਂ ਮੈਂ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਾਂਗੇ। ਉਹ ਸੇਵੈ ਸਿੱਖ ਮਮ ਪਛਾਤੀ। ਅਤੇ ਮੈਂ ਇਹ ਵੀ ਮਨ ਵਿੱਚ ਸੋਚਦੀ ਹਾਂ ਕਿ ਮੇਰੇ ਤੋਂ ਮਗਰੋਂ ਸੰਗਤਾਂ ਦੀ ਸੇਵਾ ਕੌਣ ਕਰੇਗਾ। ਅੱਜ ਤੇ ਚਲੋ ਮੇਰੇ ਹੱਥ ਪੈਰ ਚੱਲਦੇ, ਮੈਂ ਜਵਾਨ ਹਾਂ, ਮੈਂ ਪ੍ਰਸ਼ਾਦਾ ਪਾਣੀ ਬਣਾ ਲੈਂਦੀ, ਸਬਜ਼ੀ ਭਾਜੀ ਬਣਾ ਲੈਂਦੀ, ਸੰਗਤਾਂ ਨੂੰ ਛਕਾ ਦਿੰਦੀ ਹਾਂ। ਕੱਲ੍ਹ ਨੂੰ ਜਦੋਂ ਮੈਂ ਬਜ਼ੁਰਗ ਹੋ ਗਈ, ਮੇਰੇ ਕੋਲ ਕੰਮਕਾਰ ਨਾ ਹੋਇਆ, ਜਾਂ ਮੈਂ ਜਦੋਂ ਉਮਰਾਂ ਪੂਰੀ ਹੋ ਜਾਂਦੀ, ਸਾਰਿਆਂ ਨੇ ਦੁਨੀਆ ਤੋਂ ਜਾਣਾ, ਜੇ ਮੈਂ ਚਲੇ ਗਈ, ਮੇਰਾ ਸਰੀਰ ਛੁੱਟ ਗਿਆ, ਇਹ ਸੰਗਤਾਂ ਦੀ ਸੇਵਾ ਕੌਣ ਕਰੇਗਾ। ਇਹ ਮੈਂ ਕਦੇ ਕਦੇ ਆਪਣੇ ਮਨ ਵਿੱਚ ਸੋਚਦੀ ਹਾਂ। ਸਭ ਕੁਟੰਬੀਆਂ ਨਬ ਕੇ ਆਨੀ। ਕਿਉਂਕਿ ਮੇਰੇ ਜਿਹੜੇ ਪਰਿਵਾਰ ਨੇ, ਪਰਿਵਾਰ ਦੇ ਮੈਂਬਰ ਨੇ, ਉਹਨਾਂ ਸਾਰਿਆਂ ਨੇ ਇਸ ਵਾਰੀ ਮੈਨੂੰ ਲੈ ਕੇ ਆਂਦਾ ਹੈ। ਲੱਖ ਦਰਸ਼ਨ ਕੀ ਚਾਹੇ ਮਹਾਨੀ। ਕਿਉਂਕਿ ਸਾਰੇ ਪਰਿਵਾਰ ਨੂੰ ਪਤਾ ਸੀ ਵੀ ਮੇਰੇ ਮਨ ਦੀ ਇੱਛਾ ਬੜੀ ਹੈ। ਜਿੰਨਾ ਮੇਰਾ ਸਹੁਰਾ ਪਰਿਵਾਰ ਹੈ, ਸਭ ਨੂੰ ਪਤਾ ਹੈ ਵੀ ਇਹਦੀ ਇੱਛਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਦੀ। ਮੇਰੀ ਬਹੁਤੀ ਲਾਲਸਾ ਜਾਣ ਕੇ ਇਸ ਵਾਰੀ ਇਹ ਮੈਨੂੰ ਵੀ ਨਾਲ ਲੈ ਆਏ ਵੀ ਚਲੋ ਅਸੀਂ ਚੱਲੇ ਹਾਂ ਦਰਸ਼ਨ ਕਰਨ ਵਾਸਤੇ, ਤੇ ਤੂੰ ਵੀ ਨਾਲ ਚੱਲ, ਤਿਆਰ ਹੋ ਜਾ। ਤੇ ਮਹਾਰਾਜ ਬਾਕੀ ਪਰਿਵਾਰ ਦੇ ਨਾਲ ਮਿਲ ਕੇ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਈ ਹਾਂ। ਮਮ ਪਤ ਕੀ ਮਰਜ਼ੀ ਥੀ ਨਹੀਂ। ਪਰ ਮਹਾਰਾਜ ਮੇਰੇ ਪਤੀ ਦੀ ਮਰਜ਼ੀ ਨਹੀਂ ਸੀ ਇਹਦੇ ਵਿੱਚ। ਮੇਰਾ ਪਤੀ ਜੋ ਹੈ ਉਹਦੀ ਮਰਜ਼ੀ ਨਹੀਂ ਹੈ। ਤਉ ਸਵਨ ਕੇ ਸੰਗੀ ਰਹੀ। ਪਰ ਮੈਨੂੰ ਬਾਕੀ ਸਾਰੇ ਪਰਿਵਾਰ ਨੇ ਕਿਹਾ ਵੀ ਚੱਲ ਨਾਲ। ਜਦੋਂ ਸਾਰੇ ਪਰਿਵਾਰ ਨੇ ਕਿਹਾ, ਦਰਾਣੀਆਂ ਜਠਾਣੀਆਂ ਨੇ, ਸਹੁਰੇ ਪਰਿਵਾਰ ਨੇ ਆਖਿਆ ਵੀ ਚੱਲ ਜੇ ਤੇਰੀ ਇੱਛਾ ਤੇ ਅਸੀਂ ਚੱਲੇ ਹਾਂ, ਅਸੀਂ ਦਰਸ਼ਨ ਕਰਾਂਗੇ, ਤੂੰ ਵੀ ਦਰਸ਼ਨ ਕਰ ਲਈ। ਪਰ ਮੇਰਾ ਜੋ ਪਤੀ ਹੈ ਨਾ, ਉਹਦੀ ਸਲਾਹ ਇਹਦੇ ਵਿੱਚ ਨਹੀਂ ਸੀ। ਉਹਨੇ ਨਹੀਂ ਮੈਨੂੰ ਆਖਿਆ ਵੀ ਤੂੰ ਜਾ। ਇਸ ਕਰਕੇ ਮਹਾਰਾਜ ਉਹਦੇ ਰਜਾਮੰਦੀ ਤੋਂ ਬਿਨਾਂ ਤੇ ਮੈਂ ਬਾਕੀ ਪਰਿਵਾਰ ਦੀ ਸਲਾਹ ਦੇ ਨਾਲ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹਾਂ। ਇਤਕੋ ਚਲ ਆਈ ਤੁਮ ਪਾਹੀ। ਸਤਿਗੁਰੂ ਪਾਤਸ਼ਾਹ ਮੈਂ ਆ ਗਈ ਤੁਹਾਡੇ ਕੋਲ ਚੱਲ ਕੇ ਵੀ ਚਲੋ। ਪਰਿਵਾਰ ਦੇ ਬਾਕੀ ਵੱਡੇ ਮੈਂਬਰ, ਮੇਰੇ ਸਹੁਰੇ ਨੇ ਆਖਿਆ, ਦਰਾਣੀਆਂ ਜਠਾਣੀਆਂ ਨੇ ਆਖਿਆ, ਬਾਕੀ ਮੈਂਬਰਾਂ ਨੇ ਆਖਿਆ, ਤੇ ਉਹਨਾਂ ਦੇ ਕਹਿਣ ਕਰਕੇ ਮਹਾਰਾਜ ਮੈਂ ਤੁਹਾਡੇ ਕੋਲ ਆ ਗਈ ਹਾਂ। ਤਉ ਧਿਆਨ ਮਮ ਲੰਗਰ ਮਾਹੀ। ਪਰ ਮਹਾਰਾਜ ਮੈਂ ਆ ਤੇ ਗਈ ਤੁਹਾਡੇ ਕੋਲ, ਇੱਥੇ ਮੇਰਾ ਧਿਆਨ ਮੇਰੇ ਘਰ ਦੇ ਲੰਗਰ ਵਿੱਚ ਹੀ ਹੈ ਵੀ ਜਿਹੜੀਆਂ ਸੰਗਤਾਂ ਉੱਥੋਂ ਲੰਘਦੀਆਂ ਹੋਣਗੀਆਂ ਸਾਡੇ ਘਰ ਦੇ ਕੋਲ ਦੀ, ਉਹਨਾਂ ਨੂੰ ਪ੍ਰਸ਼ਾਦਾ ਕੌਣ ਛਕਾਏਗਾ। ਜਦੋਂ ਕੋਈ ਸੰਗਤ ਲੰਘਦੀ ਹੈ, ਕੋਈ ਸਿੱਖ ਲੰਘਦਾ ਹੈ, ਤੇ ਮੈਂ ਵੇਖ ਕੇ ਆਵਾਜ਼ ਮਾਰ ਲੈਂਦੀ ਵੀ ਆ ਜਾਓ ਸਾਡੇ ਘਰੇ ਪ੍ਰਸ਼ਾਦਾ ਛਕ ਕੇ ਜਾਓ, ਤੁਹਾਡੇ ਨਾਮ ਦਾ ਲੰਗਰ ਮਹਾਰਾਜ ਸਾਡੇ ਘਰੇ ਚੱਲਦਾ ਹੈ। ਤੇ ਜਦੋਂ ਦੀ ਮੈਂ ਇੱਥੇ ਦਰਸ਼ਨ ਕਰਨ ਵਾਸਤੇ ਆ ਗਈ, ਤੇ ਮੈਂ ਮਨ ਵਿੱਚ ਸੋਚਿਆ ਵੀ ਉਹ ਜਿਹੜੀਆਂ ਸੰਗਤਾਂ ਹੁਣ ਲੰਘਦੀਆਂ ਹੋਣਗੀਆਂ, ਉਹਨਾਂ ਨੂੰ ਪ੍ਰਸ਼ਾਦਾ ਕੌਣ ਛਕਾਏਗਾ, ਉਹ ਪ੍ਰਸ਼ਾਦਾ ਕਿਵੇਂ ਛਕਣਗੀਆਂ। ਮਹਾਰਾਜ ਇਹ ਗੱਲ ਜਾਣ ਕੇ ਰਾਵਰ ਨਿਕਟ ਭੀਰ ਪਿਖ ਭਾਰੀ। ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਕੋਲ ਬਹੁਤ ਜ਼ਿਆਦੀ ਭੀੜ ਹੈ ਸੰਗਤਾਂ ਦੀ,
ਮੈਂ ਕੱਲ ਦਰਸ਼ਨ ਕਰਨ ਵਾਸਤੇ ਆਈ, ਪਰਸੋਂ ਆਈ, 10 ਦਿਨ 2-4 ਦਿਨ ਪਹਿਲਾਂ ਵੀ ਆਈ। ਜਦੋਂ ਮੈਂ ਦਰਸ਼ਨ ਕਰਨ ਵਾਸਤੇ ਆਉਂਦੀ ਹਾਂ ਤੁਹਾਡੇ ਕੋਲ ਤੇ ਇੱਥੇ ਬੜੀ ਭੀੜ ਲੱਗੀ ਹੋਈ ਹੈ, ਬੇਅੰਤ ਸੰਗਤਾਂ ਤੁਹਾਡੇ ਦਰਸ਼ਨ ਕਰਦੀਆਂ ਹਨ। ਹਟੀ ਆਵਤੀ ਹਿਰਦੈ ਵਿਚਾਰੀ, ਤੇ ਮਹਾਰਾਜ ਮੁੜੀ ਤੇ ਹਿਰਦੇ ਵਿੱਚ ਵਿਚਾਰੀ, ਆਮਦੀ ਨੇ ਵਿਚਾਰਿਆ। ਬੀਬੀ ਦੱਸਦੀ ਪਈ ਹੈ, ਮਹਾਰਾਜ ਤੁਸੀਂ ਮੈਨੂੰ ਵੇਖਦੇ ਹੋ ਨਾ ਵੀ ਮੈਂ ਉੱਥੋਂ ਬਾਹਰੋਂ ਹੀ ਮੱਥਾ ਟੇਕ ਕੇ ਮੁੜ ਜਾਂਦੀ। ਸਤਿਗੁਰੂ ਉਹਦਾ ਕਾਰਨ ਇਹ ਹੈ, ਤੁਹਾਡੇ ਕੋਲ ਇੱਥੇ ਬੇਅੰਤ ਸੰਗਤਾਂ ਦੀ ਭੀੜ ਹੈ। ਮੇਰੇ ਮਨ ਵਿੱਚ ਵਿਚਾਰ ਇਹ ਹੈ ਵੀ ਜਿਹੜੀਆਂ ਸੰਗਤਾਂ ਸਾਡੇ ਘਰ ਦੇ ਕੋਲ ਦੀ ਲੰਘਦੀਆਂ ਹੋਣਗੀਆਂ ਰਾਹੋਂ ਰਾਹ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਕੌਣ ਛਕਾਉਂਦਾ ਹੋਵੇਗਾ। ਇਸ ਕਰਕੇ ਜਦੋਂ ਮੈਂ ਦਰਸ਼ਨ ਕਰਦੀ ਹਾਂ ਤੇ ਮੈਂ ਦਰਵਾਜ਼ੇ ਤੋਂ ਬਾਹਰੋਂ ਹੀ ਮਹਾਰਾਜ ਕਈ ਵਾਰ ਮੁੜ ਗਈ ਹਾਂ। ਮਮ ਪਾਪਣ ਕੋ ਦਰਸ਼ਨ ਕਹਾਂ, ਮੇਰੇ ਮਨ ਵਿੱਚ ਇਹ ਗੱਲ ਆ ਗਈ ਵੀ ਮੈਂ ਤੇ ਹਾਂ ਪਾਪਾਂ ਵਾਲੀ, ਮੈਨੂੰ ਗੁਰੂ ਦਰਸ਼ਨ ਕਿਉਂ ਦੇਗਾ। ਗੁਰੂ ਕੀ ਸੰਗਤ ਤੇ ਮੇਰੇ ਘਰ ਬੈਠੀ ਹੋਈ ਹੈ, ਮੇਰੇ ਘਰ ਦੇ ਕੋਲ ਦੀ ਲੰਘਦੀ ਪਈ ਹੈ, ਮੈਂ ਉੱਥੇ ਉਹਨਾਂ ਨੂੰ ਇਸ ਵੇਲੇ ਪ੍ਰਸ਼ਾਦਾ ਪਾਣੀ ਛਕਾ ਨਹੀਂ ਰਹੀ, ਤੇ ਮੈਂ ਤੇ ਹਾਂ ਪਾਪਾਂ ਦੀ ਭਾਗਣ। ਮੇਰੇ ਵਾਸਤੇ ਗੁਰੂ ਦਾ ਦਰਸ਼ਨ ਕਿੱਥੇ ਮੈਨੂੰ ਹੋਣਾ ਹੈ, ਮੈਨੂੰ ਦਰਸ਼ਨ ਕਿਵੇਂ ਹੋ ਸਕਦਾ ਹੈ। ਚਲ ਕਰ ਆਈ ਤਉ ਨ ਲਹਾ, ਮਹਾਰਾਜ ਮੈਂ ਚੱਲ ਕੇ ਤੇ ਆ ਗਈ ਤੁਹਾਡੇ ਕੋਲ, ਪਰ ਤੁਹਾਡੇ ਕੋਲ ਆ ਕੇ ਵੀ ਤੁਹਾਡੇ ਦਰਸ਼ਨ ਨਹੀਂ ਕਰ ਸਕੀ। ਉਹਦਾ ਕਾਰਨ ਇਹ ਹੈ, ਜਦੋਂ ਮੈਂ ਦਰਬਾਰ ਵਿੱਚ ਆਉਂਦੀ, ਦਰਬਾਰ ਵਿੱਚ ਭੀੜ ਹੀ ਬੜੀ ਜ਼ਿਆਦਾ, ਲੰਘਣ ਨੂੰ ਜਗ੍ਹਾ ਨਹੀਂ ਮਿਲਦੀ ਹੈ, ਤੇ ਮੈਨੂੰ ਦੂਰੋਂ ਹੀ ਤੁਹਾਡੇ ਦਰਸ਼ਨ ਕਰਨੇ ਪੈਂਦੇ। ਔਰ ਮੈਂ ਮਨ ਵਿੱਚ ਸੋਚਦੀ ਵੀ ਜਿਨ੍ਹਾਂ ਦਰਸ਼ਨਾਂ ਵਾਸਤੇ ਮੈਂ ਆਈ ਹਾਂ ਉਹ ਤੇ ਦਰਸ਼ਨ ਮੈਂ ਕਰ ਨਹੀਂ ਸਕੀ। ਇਹ ਮੇਰਾ ਕੋਈ ਪਾਪ ਹੀ ਹੈ ਜਿਹੜਾ ਮੈਨੂੰ ਤੁਹਾਡੇ ਦਰਸ਼ਨਾਂ ਤੋਂ ਦੂਰ ਰੱਖਦਾ ਹੈ। ਜਾਏ ਘਰੋਂ ਮੈਂ ਲੰਗਰ ਸੇਵਾ, ਮਹਾਰਾਜ ਮੇਰੇ ਮਨ ਦਾ ਵਿਚਾਰ ਇਹ ਹੈ ਕਿ ਮੈਂ ਜਾ ਕੇ ਪਹਿਲਾਂ ਦੇ ਵਾਂਗ ਲੰਗਰ ਦੀ ਸੇਵਾ ਕਰਾਂ, ਜਿਵੇਂ ਪਹਿਲਾਂ ਲੰਗਰ ਦੀ ਸੇਵਾ ਕਰਦੀ ਉਸ ਤਰ੍ਹਾਂ ਸੇਵਾ ਕਰਨੀ ਕਰਾਂ। ਤੁਮ ਅੰਤਰ ਜਾਮੀ ਲਖ ਭੇਵਾ, ਸਤਿਗੁਰੂ ਪਾਤਸ਼ਾਹ ਜੀ ਤੁਸੀਂ ਉਹ ਅੰਤਰਜਾਮੀ, ਤੁਹਾਡੇ ਕੋਲੋਂ ਇਹ ਗੱਲ ਕੋਈ ਲੁਕੀ ਹੋਈ ਛਿਪੀ ਹੋਈ ਗੱਲ ਨਹੀਂ ਹੈ। ਸਤਿਗੁਰੂ ਤੁਸੀਂ ਤੇ ਸਭ ਕੁਝ ਜਾਣਨਹਾਰ ਹੋ, ਤੁਸੀਂ ਸਭ ਕੁਝ ਜਾਣਦੇ ਹੋ। ਪਠਿਓ ਸਿੱਖ ਤਿਨ ਜਾਏ ਹਕਾਰੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦੀ ਸਾਂ ਪਰ ਹੋ ਨਹੀਂ ਪਾਏ। ਤੁਸੀਂ ਅੱਜ ਮੇਰੇ ਤੇ ਕਿਰਪਾ ਕੀਤੀ ਹੈ, ਜੋ ਆਪਣਾ ਇੱਕ ਸਿੱਖ ਭੇਜਿਆ ਹੈ, ਤੇ ਇਹ ਸਿੱਖ ਮੈਨੂੰ ਜਾ ਕੇ ਬੁਲਾ ਕੇ ਲਿਆਇਆ ਵੀ ਬੀਬੀ ਚੱਲ, ਗੁਰੂ ਪਾਤਸ਼ਾਹ ਤੈਨੂੰ ਮਿਲਣਾ ਚਾਹੁੰਦੇ, ਤੈਨੂੰ ਦਰਸ਼ਨ ਦੇਣੇ ਚਾਹੁੰਦੇ। ਮਹਾਰਾਜ ਤੁਹਾਡੇ ਸਿੱਖ ਨੇ ਬੁਲਾ ਕੇ ਅੱਜ ਮੈਨੂੰ ਦਰਸ਼ਨ ਕਰਵਾਏ ਹਨ। ਨਿਕਟ ਹੋਏ ਮੁਝ ਸੰਗੇ ਉਚਾਰੀ, ਅਤੇ ਮਹਾਰਾਜ ਸਾਹਿਬ ਜੀ ਮੇਰੇ ਕੋਲ ਜਾ ਕੇ ਸਿੱਖ ਨੇ ਬਚਨ ਕੀਤਾ ਵੀ ਸਤਿਗੁਰੂ ਤੈਨੂੰ ਬੁਲਾਉਂਦੇ ਪਏ, ਦਰਬਾਰ ਦੇ ਵਿੱਚ ਹਾਜ਼ਰ ਹੋਣ ਦੀ ਬੇਨਤੀ ਹੋਈ ਹੈ। ਤੇ ਮਹਾਰਾਜ ਇਹ ਬਚਨ ਸੁਣ ਕੇ ਫਿਰ ਸਤਿਗੁਰ ਤੋਹੇ ਬੁਲਾਵਨ ਕਰਿਓ, ਇਹ ਸਿੱਖ ਨੇ ਮੈਨੂੰ ਦੱਸਿਆ ਵੀ ਗੁਰੂ ਪਾਤਸ਼ਾਹ ਤੈਨੂੰ ਬੁਲਾਉਂਦੇ ਪਏ। ਜਿੱਥੇ ਮੈਂ ਕਿਤੇ ਬਾਹਰ ਬੈਠੀ ਨਾ, ਉੱਥੇ ਜਾ ਕੇ ਤੁਹਾਡੇ ਸਿੱਖ ਨੇ ਮੇਰੇ ਕੋਲ ਜਾ ਕੇ ਆਖਿਆ ਵੀ ਬੀਬੀ ਤੈਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਬੁਲਾਉਂਦੇ ਪਏ ਹਨ। ਸੁਨ ਆਨੰਦ ਮੇਰੋ ਉਰ ਭਰਿਓ, ਮਹਾਰਾਜ ਇਹ ਬਚਨ ਸੁਣ ਕੇ ਤੇ ਮੇਰੇ ਮਨ ਵਿੱਚ ਬੜਾ ਆਨੰਦ ਭਰ ਗਿਆ, ਬੜੀ ਖੁਸ਼ੀ ਆਈ ਵੀ ਮੈਂ ਤੇ ਅੱਜ ਵੱਡਿਆਂ ਭਾਗਾਂ ਵਾਲੀ ਹੋ ਗਈ ਜੋ ਸਤਿਗੁਰਾਂ ਨੇ ਮੈਨੂੰ ਬੁਲਾਇਆ ਹੈ। ਤੁਹਾਡਾ ਬੁਲਾਵਾ ਸੁਣ ਕੇ, ਸੁਨੇਹਾ ਸੁਣ ਕੇ ਮੇਰੇ ਮਨ ਵਿੱਚ ਬੜੀ ਖੁਸ਼ੀ ਵਧੀ ਹੈ। ਦਇਆ ਕਰੀ ਮੁਝੇ ਆਪ ਹਕਾਰ, ਸਤਿਗੁਰੂ ਜੀ ਆਪ ਜੀ ਨੇ ਦਇਆ ਕੀਤੀ ਹੈ, ਤੇ ਦਇਆ ਕਰਕੇ ਆਪ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ ਹੈ। ਆਪ ਕਿਰਪਾਲੂ ਬਿਰਦ ਸੰਭਾਰਾ, ਸਤਿਗੁਰੂ ਜੀ ਆਪ ਜੀ ਉਹ ਕਿਰਪਾ ਦੇ ਕਰਨ ਵਾਲੇ, ਤੇ ਤੁਹਾਡਾ ਇਹ ਬਿਰਦ ਹੈ ਸ਼ਰਨ ਆਇਆਂ ਦੀ ਰੱਖਿਆ ਕਰਨੀ ਤੇ ਪਿਆਸਿਆਂ ਨੂੰ ਦਰਸ਼ਨ ਦੇਣੇ। ਮਹਾਰਾਜ ਇਹ ਆਪ ਜੀ ਦਾ ਬਿਰਦ ਹੈ, ਤੁਸੀਂ ਆਪਣੇ ਬਿਰਦ ਦੀ ਲਾਜ ਰੱਖੀ ਹੈ। ਮੁਝ ਪਰ ਹੁਕਮ ਹੋਏ ਜਿਸ ਭਾਂਤੀ, ਸਤਿਗੁਰੂ ਪਾਤਸ਼ਾਹ ਜੀ ਹੁਣ ਮੇਰੇ ਤੇ ਕਿਰਪਾ ਕਰੋ, ਜਿਵੇਂ ਤੁਸੀਂ ਮੈਨੂੰ ਹੁਕਮ ਕਰੋਗੇ, ਜਿਵੇਂ ਤੁਸੀਂ ਕਹੋਗੇ ਨਾ ਮਹਾਰਾਜ ਬਚਨ, ਉਸ ਤਰੀਕੇ ਦੇ ਨਾਲ ਅੰਗੀਕਾਰ ਕਰੋ ਸੋ ਬਾਤੀ। ਮਹਾਰਾਜ ਉਹੀ ਬਚਨ ਮੈਂ ਅੰਗੀਕਾਰ ਕਰਾਂਗੇ, ਜਿਵੇਂ ਤੁਸੀਂ ਆਖੋਗੇ ਨਾ ਮੈਨੂੰ ਵੀ ਹੁਣ ਇਹ ਕਾਰਜ ਕਰਨਾ ਹੈ, ਮੈਂ ਮਹਾਰਾਜ ਉਸੇ ਤਰ੍ਹਾਂ ਹੀ ਕਾਰਜ ਕਰਾਂਗੀ। ਸੋ ਆਪ ਜੀ ਮੈਨੂੰ ਦੱਸੋ ਵੀ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ। ਘਰੇ ਸੰਗਤਾਂ ਲੰਘਦੀਆਂ ਤੇ ਮੈਂ ਰੋ ਕੇ ਪ੍ਰਸ਼ਾਦਾ ਛਕਾਉਂਦੀ, ਹੁਣ ਘਰ ਛੱਡ ਕੇ ਤੁਹਾਡੇ ਕੋਲ ਆਈਆਂ, ਉੱਥੇ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣ ਵਾਲਾ ਕੋਈ ਨਹੀਂ। ਮਹਾਰਾਜ ਇੱਥੇ ਮੈਨੂੰ ਤੁਹਾਡੇ ਦਰਸ਼ਨ ਨਹੀਂ ਸੀ ਹੋ ਪਾ ਰਹੇ, ਅੱਜ ਤੁਸੀਂ ਮੈਨੂੰ ਬੁਲਾ ਲਿਆ ਆਪਣੇ ਕੋਲ, ਪਰ ਮਹਾਰਾਜ ਹੁਣ ਅੱਗੇ ਤੁਹਾਡਾ ਹੁਕਮ ਕੀ ਹੈ।
ਸਤਿਗੁਰੂ ਪਾਤਸ਼ਾਹ ਨੂੰ ਇਸਨੇ ਬੇਨਤੀ ਕੀਤੀ ਹੈ, ਮਹਾਰਾਜ ਸਾਹਿਬ ਜੀ ਇਹਦੀ ਹੁਣ ਪਰਖ ਕਿਵੇਂ ਕਰਨਗੇ। ਅੰਤਰਜਾਮੀ ਨਾ ਸਤਿਗੁਰੂ ਪਾਤਸ਼ਾਹ ਜੀ ਬਹਾਨੇ ਦੇ ਨਾਲ ਇਹਦੇ ਉੱਪਰ ਪਰਖ ਪਾਉਣਗੇ। ਮਹਾਰਾਜ ਜੀ ਕਿਵੇਂ ਪਰਖ ਕਰਦੇ ਸਤਿਗੁਰੂ ਜੀ, ਕੀ ਸਵਾਲ ਕਰਨਗੇ ਔਰ ਕਿਵੇਂ ਉੱਤਰ ਪ੍ਰਾਪਤ ਹੁੰਦੇ ਹਨ, ਸੋ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨ ਛੂਟੀਐ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆਪ ਸੰਗਤਾਂ ਦੇ ਚਰਨਾਂ ਵਿੱਚ